ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਸਿੱਖ ਚੈਨਲ ਦੀ ਏਡ ਦੀ ਟੀਮ ਪਹੁੰਚੀ ਹੈ ਇਸ ਵਕਤ ਟੋਰਾਂਟੋ ਕੈਨੇਡਾ ਦੇ ਵਿੱਚ ਤੇ ਵੱਖੋ ਵੱਖਰੀ ਜਗ੍ਹਾ ਤੇ ਅਸੀਂ ਤੁਹਾਡੇ ਨਾਲ ਰੂਬਰੂ ਜਿਹੜੀਆਂ ਵੱਖੋ ਵੱਖਰੀਆਂ ਸ਼ਖਸੀਅਤਾਂ ਕਰਾਉਂਦੇ ਹਾਂ। ਤੇ ਅੱਜ ਸਾਡੇ ਨਾਲ ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਨੌਜਵਾਨ ਕਹਿ ਲਈਏ ਕਿ ਪੰਜਾਬ ਦੇ ਗੱਭਰੂ ਜਿਹੜੇ ਆ ਉਹ ਸਾਡੇ ਨਾਲ ਜੁੜੇ ਆ, ਜਗਰੂਪ ਸਿੰਘ ਜੀ। ਤੇ ਆਪ ਨੂੰ ਪਤਾ ਹੀ ਹੈ ਕਿ ਇੱਥੇ ਜਿਹੜੀ CMO ਦੀ ਇਲੈਕਸ਼ਨ ਦਾ ਬੜਾ ਜ਼ੋਰ ਹੈ ਤੇ ਅਸੀਂ ਘੁੰਮ ਕੇ ਵੇਖਿਆ ਹੈ ਟੋਰਾਂਟੋ ਦੇ ਵਿੱਚ ਕਿ ਜਗ੍ਹਾ ਜਗ੍ਹਾ ਸਟਰੀਟਾਂ ਦੇ ਵਿੱਚ ਆਪੋ ਆਪਣੀ ਜਿਹੜੀ ਆ ਜ਼ੋਰ ਅਜਮਾਈ ਜਿਹੜੀ ਆ ਸਾਰੀਆਂ ਪਾਰਟੀਆਂ ਕਰ ਰਹੀਆਂ ਤੇ ਇਹ ਵੀ NDP ਜਿਹੜੀ ਪਾਰਟੀ ਆ ਉਹਦੇ ਨਾਲ ਸੰਬੰਧਿਤ ਆ। ਆਓ ਤੁਹਾਨੂੰ ਇਹਨਾਂ ਦੇ ਨਾਲ ਰੂਬਰੂ ਕਰਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਤੁਹਾਡਾ ਇਹ ਸਿੱਖ ਚੈਨਲ ਦੇ ਜਿਹੜਾ ਆਪਣਾ ਸਟੂਡੀਓ ਇੱਥੇ ਦਾ ਟੋਰਾਂਟੋ ਦੇ ਵਿੱਚ ਧੰਨਵਾਦ ਆ। ਤੇ ਤੁਹਾਨੂੰ ਇਸ ਵਕਤ ਸਿੱਖ ਚੈਨਲ ਦੀ ਅੱਖ ਨਾਲ ਪੂਰੇ ਵਰਲਡ ਦੇ ਵਿੱਚ ਵੇਖਿਆ ਜਾ ਰਿਹਾ ਵਾ ਤੇ ਤੁਸੀਂ ਇਹ ਜਿਹੜਾ ਬਰੈਂਪਟਨ ਵੈਸਟ ਦੇ ਵਿੱਚ NDP ਦੀ ਕੈਂਡੀਡੇਟ ਜਿਹੜੀ ਆ ਇਲੈਕਸ਼ਨ ਲੜ ਰਹੇ ਆ, ਇਹ ਤੁਹਾਡਾ ਇਹ ਮਨ ਦੇ ਵਿੱਚ ਜਿਹੜਾ ਇਹ ਖਿਆਲ ਕਿੱਦਾਂ ਆਇਆ? ਤੇ ਇਹ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਤੁਹਾਡਾ ਜਿਹੜਾ ਪਿਛੋਕੜ ਕੀ ਆ, ਪੰਜਾਬ ਤੋਂ ਕਿਹੜੀ ਜਗ੍ਹਾ ਰਹਿੰਦੇ ਜੀ? ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਨਾ ਚਾਹੁੰਦਾ ਸਮੂਹ ਸਿੱਖ ਚੈਨਲ ਦੀ ਟੀਮ ਦਾ ਕਿ ਜਿਨ੍ਹਾਂ ਨੇ ਸਾਨੂੰ ਸੱਦਾ ਪੱਤਰ ਦਿੱਤਾ ਕਿ ਸਾਡੇ ਨਾਲ ਇੰਟਰਵਿਊ ਕਰੀਏ। ਸੋ ਮੇਰਾ ਜੀ ਜਿਹੜਾ ਪਿਛੋਕੜ ਹੈਗਾ ਲੁਧਿਆਣੇ ਜ਼ਿਲ੍ਹੇ ਤੋਂ ਆ, ਪੰਜਾਬ ਤੋਂ ਜੀ। ਸੋ ਮੈਂ 2010 ਦੇ ਵਿੱਚ ਇੱਥੇ ਕੈਨੇਡਾ ਆਇਆ ਸੀਗਾ ਜੀ। ਸੋ ਜਿਹੜੀ ਮੇਰੀ ਐਜੂਕੇਸ਼ਨ ਆ, ਮੈਂ ਸੌਫਟਵੇਅਰ ਇੰਜੀਨੀਅਰ ਆ ਜੀ। ਤੇ ਇੱਥੇ ਆ ਕੇ ਮੈਂ ਟਰੱਕਿੰਗ ਬਿਜ਼ਨਸ ਦੇ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਤੁਹਾਡੇ ਕਹਿਣ ਦਾ ਮਤਲਬ ਤੁਸੀਂ ਸਟੂਡੈਂਟ ਬੇਸ ਤੇ ਇੱਥੇ ਆਏ? ਨਹੀਂ ਜੀ, ਮੈਂ ਮੈਰਿਜ ਕਰਵਾ ਕੇ ਆਇਆ ਸੀਗਾ ਇੱਥੇ। ਠੀਕ ਹੈ ਜੀ। ਬਟ ਮੈਂ ਆਪਣਾ ਜਿਹੜਾ ਬਿਜ਼ਨਸ ਆ ਉਹ ਟਰੱਕਿੰਗ ਲਾਈਨ ਦੇ ਵਿੱਚ ਸ਼ੁਰੂ ਕੀਤਾ, ਕਿਉਂਕਿ ਪੰਜਾਬੀਆਂ ਦੀ ਬੱਲੇ ਬੱਲੇ ਟਰੱਕਿੰਗ ਦੇ ਵਿੱਚ, ਚਾਹੇ ਉਹ ਇੰਡੀਆ ਹੋਵੇ, ਬੰਬਾ ਕਲਕੱਤਾ ਹੋਵੇ ਜੀ, ਤੇ ਚਾਹੇ ਉਹ ਇੰਗਲੈਂਡ ਹੋਵੇ ਤੇ ਚਾਹੇ ਅਮਰੀਕਾ ਹੋਵੇ। ਤੇ ਆਮ ਵੇਖੀਦਾ ਇੱਥੇ ਕਿ ਟਰੱਕਾਂ ਦੇ ਵਿੱਚ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤੇ ਜਿੰਨੇ ਵੀ ਟਰੱਕ ਆ 90% ਜਿਹੜੇ ਆ ਉਹ ਸਰਦਾਰ ਆ, ਦਸਤਾਰਾਂ ਸਜਾਈਆਂ ਟਰੱਕਾਂ ਦੇ ਉੱਤੇ ਜਿਹੜੇ ਉਹ ਡਰਾਈਵਿੰਗ ਕਰ ਰਹੇ ਆ। ਤੇ ਟਰੱਕਿੰਗ ਲੈਂਡ ਦੇ ਵਿੱਚ ਤੁਹਾਂ ਇਹ ਜਿਹੜਾ ਆਪਣਾ ਇੱਥੇ ਸ਼ੁਰੂ ਕੀਤੀ ਸਰਵਿਸ, ਤੇ ਫਿਰ ਇਹ ਜਿਹੜਾ ਤੁਹਾਨੂੰ NDP ਦੇ ਵਿੱਚ ਇਹ ਜਿਹੜਾ ਤਾਕਤ ਜਮਾਉਣ ਦਾ, ਸੇਵਾ ਕਰਨ ਦਾ ਕਿਸ ਤਰ੍ਹਾਂ ਤੁਹਾਡਾ ਇੱਧਰ ਮਨ ਬਣਿਆ? ਦੇਖੋ ਜੀ, ਟਰੱਕਿੰਗ ਦੇ ਵਿੱਚ ਮੈਂ ਕਾਫੀ ਲੰਬੇ ਅਰਸੇ ਤੋਂ ਆ। NDP ਦੇ ਨਾਲ ਵੀ ਮੈਂ 2011 ਤੋਂ ਕੰਮ ਕਰ ਰਿਹਾ ਹਾਂ। ਜਗਮੀਤ ਸਿੰਘ ਭਾਜੀ ਬਹੁਤ ਹੀ ਸਾਡੇ ਇੱਕ ਨੌਜਵਾਨ ਚੜ੍ਹਦੀ ਕਲਾ ਵਾਲੇ ਸਿੰਘ ਨੇ। ਤੁਸੀਂ ਵੀ ਨੌਜਵਾਨ ਬੜੇ ਚੜ੍ਹਦੀ ਕਲਾ ਵਾਲੇ? ਹਾਂਜੀ, ਥੈਂਕ ਯੂ। ਸੋ ਉਹਨਾਂ ਦੇ ਨਾਲ ਸਾਨੂੰ 2011 ਤੋਂ ਕੰਮ ਕਰਨ ਦਾ ਮੌਕਾ ਮਿਲਿਆ। ਸੋ ਅਸੀਂ 2016 ਦੇ ਵਿੱਚ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ, ਜੋ ਮੇਰਾ ਮੇਨ ਇੱਕ ਮੋੜ ਸੀਗਾ ਪੋਲਿਟਿਕਸ ਦੇ ਵਿੱਚ ਆਉਣ ਲਈ। 2016 ਦੇ ਵਿੱਚ ਕੀ ਹੋਇਆ ਕਿ ਸਾਡੀ ਜਿਹੜੀ ਇੱਥੋਂ ਦੀ ਮੌਜੂਦਾ ਗਵਰਨਮੈਂਟ ਆ, ਉਹਨਾਂ ਨੇ ਇੱਕ ਐਸਾ ਬਿੱਲ ਲਿਆਂਦਾ ਜੋ ਟਰੱਕਾਂ ਵਾਲਿਆਂ ਦੇ ਬਿਲਕੁਲ ਖਿਲਾਫ ਸੀਗਾ। ਉਹਦੇ ਨਾਲ ਜੋ ਸਾਡਾ ਰੈਕਡ ਆ ਟਰੱਕਾਂ ਵਾਲਿਆਂ ਦਾ, ਜੋ ਸਾਡਾ CVOR ਆ, ਉਹ 2-4 ਹਫ਼ਤਿਆਂ ਦੇ ਵਿੱਚ ਖਤਮ ਹੋ ਜਾਣਾ ਸੀ। ਸਾਨੂੰ ਇੰਸ਼ੋਰੈਂਸ ਬਹੁਤ ਔਖੀ ਮਿਲਣੀ ਸੀ ਤੇ ਅਸੀਂ ਸਰਵਾਈਵ ਨਹੀਂ ਸੀ ਕਰ ਸਕਦੇ। ਅਸੀਂ ਸੋਚਿਆ ਕਿ ਇਹ ਜਿਹੜਾ ਬਿੱਲ ਲਿਆਂਦਾ ਗਿਆ ਸਾਡੇ ਖਿਲਾਫ, ਕਿ ਆਪਾਂ ਜੋ ਸਾਡੀ ਗਵਰਨਮੈਂਟ ਆ ਉਹਦੇ ਤੱਕ ਅਪਰੋਚ ਕਰੀਏ, ਉਹਨਾਂ ਨੂੰ ਬੇਨਤੀ ਕਰਕੇ ਵੇਖਦੇ ਹਾਂ ਕਿ ਜੇ ਉਹਨੂੰ ਵਾਪਸ ਲੈ ਲੈਣ। ਅਸੀਂ ਜੀ 15-20 ਦਿਨ ਲਾਏ, ਕਿਸੇ ਨੇ ਸਾਡੀ ਸੁਣੀ ਨਹੀਂ। ਉਸ ਤੋਂ ਬਾਅਦ ਅਸੀਂ ਸੋਚਿਆ ਕਿ ਜਦੋਂ ਕੋਈ ਵੀ ਚੀਜ਼ ਆ ਉਹ ਅੱਤ ਬਣ ਜਾਂਦੀ ਆ, ਤੁਹਾਡੇ ਸਿਰ ਤੋਂ ਉੱਪਰ ਦੀ ਪਾਣੀ ਲੰਘ ਜਾਂਦਾ, ਫਿਰ ਆਪਾਂ ਨੂੰ ਕਿਤੇ ਨਾ ਕਿਤੇ ਉਹਦੇ ਲਈ ਇਕੱਠੇ ਹੋਣਾ ਪੈਂਦਾ ਆ। ਤੁਸੀਂ ਗੱਲ ਕਰ ਰਹੇ ਆ ਟਰੱਕਿੰਗ ਦੀ ਯੂਨੀਅਨ ਦੀ। ਆਪ ਨੂੰ ਪਤਾ ਕਿ ਇੰਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਕਿੰਨਾ ਜਿਹੜਾ ਰੌਲਾ ਰੱਪਾ ਪਿਆ ਵਾ ਟਰੱਕ ਯੂਨੀਅਨ ਦੇ ਵਿਚਾਰੇ ਜਿਹੜੇ ਉਤਰਲੇ ਲੈ ਰਹੇ, ਸਾਡੀਆਂ ਮੰਗਾਂ ਮੰਗਣ, ਗੌਰਮੈਂਟ ਮੰਗ ਨਹੀਂ ਰਹੀ। ਤੇ ਇੱਥੇ ਵੀ ਇਹ ਜਿਹੜਾ ਵਾ ਇਹੀ ਹਾਲ ਹੈ। ਤੇ ਫਿਰ ਇਹਦਾ ਕਿੱਦਾਂ ਤੁਸੀਂ ਹੱਲ ਕੀਤਾ? ਕੀ ਕਹਿਣਾ ਚਾਹੋਗੇ ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਟਰੱਕਿੰਗ ਬਾਰੇ, ਯੂਨੀਅਨ ਬਾਰੇ? ਇਹਦਾ ਜੀ ਦੇਖੋ, ਅਸੀਂ ਜਿਵੇਂ ਮੈਂ ਪਹਿਲਾਂ ਕੰਟੀਨਿਊ ਕਰਦਾ ਕਿ ਅਸੀਂ ਫਿਰ ਇਕੱਠੇ ਹੋ ਕੇ ਸਾਰਿਆਂ ਨੇ ਇੱਕ ਮਤਾ ਪਾਸ ਕੀਤਾ ਕਿ ਆਪਾਂ ਨੂੰ ਜਿਹੜਾ ਬਿੱਲ ਆਇਆ ਇਹਦੇ ਵਿਰੋਧ 'ਚ ਜਾਣਾ ਚਾਹੀਦਾ ਆ, ਕਿ ਆਪਾਂ ਸਾਰੇ ਇਹਨਾਂ ਦੇ ਖਿਲਾਫ, ਗਵਰਨਮੈਂਟ ਦੇ ਖਿਲਾਫ, ਜਾਂ ਸਾਡੇ ਜੋ MTOs ਨੇ ਜਾਂ ਜਿਨ੍ਹਾਂ ਤੋਂ ਅਸੀਂ ਕੁਆਰੀਸ ਤੋਂ ਜਿੱਥੋਂ ਅਸੀਂ ਚੱਕਦੇ ਹਾਂ, ਲੋਡ ਚੱਕਦੇ ਹਾਂ, ਕਿ ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡਾ ਧਰਨਾ ਲਾਇਆ ਜਾਵੇ, ਪ੍ਰੋਟੈਸਟ ਕੀਤਾ ਜਾਵੇ। ਸੋ ਅਸੀਂ 2016 ਦੇ ਵਿੱਚ ਇਹ ਕੀਤਾ ਜੀ। ਤੇ ਇੱਕ ਹਫ਼ਤਾ ਅਸੀਂ ਪੂਰਾ ਸਟ੍ਰਾਈਕ ਕੀਤੀ। ਹਫ਼ਤੇ ਦੇ ਬਾਅਦ ਸਾਨੂੰ ਗਵਰਨਮੈਂਟ ਨੇ ਕਿਹਾ ਕਿ ਤੁਸੀਂ ਆਪਣੀਆਂ ਮੰਗਾਂ ਦੱਸੋ ਕੀ ਆ। ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਕਿ ਜਦੋਂ ਅਸੀਂ ਪਹਿਲਾਂ ਤੁਹਾਡੇ ਕੋਲ ਆਏ ਸੀ ਬੜੇ ਪਿਆਰ ਦੇ ਨਾਲ ਕਿ ਸਾਡੀਆਂ ਮੰਗਾਂ ਨੇ ਮੰਨ ਲਓ, ਉਦੋਂ ਤੁਸੀਂ ਮੰਨੀਆਂ ਨਹੀਂ। ਹੁਣ ਅਸੀਂ ਆਪਣਾ ਸਾਰਾ ਕੁਝ ਗਵਾਇਆ। ਇੱਕ ਹਫ਼ਤਾ ਅਸੀਂ ਖੜੇ ਹਾਂ, ਸਾਡਾ ਬਹੁਤ, ਸਾਡੇ ਪੈਸਾ ਅਸੀਂ ਲੂਜ਼ ਕੀਤਾ। ਕਿਉਂਕਿ ਦੇਖੋ ਜੀ,
ਇਹ ਦੇਸ਼ ਐਵੇਂ ਦੇ ਆ ਕਿ ਤੁਸੀਂ ਜੇ ਰੋਜ਼ ਕੰਮ ਤੇ ਜਾਂਦੇ ਹੋ ਤੁਹਾਡਾ ਘਰ ਤਾਂ ਚੱਲਣਾ ਆ। ਜੇ ਤੁਸੀਂ ਇੱਕ ਹਫ਼ਤਾ ਕੰਮ ਤੇ ਨਹੀਂ ਜਾਂਦੇ ਤੁਸੀਂ ਕਿਤੇ ਨਾ ਕਿਤੇ ਬਹੁਤ ਪਿੱਛੇ ਪੈ ਜਾਂਦੇ ਹੋ। ਉਹ ਸਿਆਣੇ ਦੀ ਕਹਾਵਤ ਹੈ ਕਿ ਇੱਥੇ ਕਿਹੜਾ ਕਣਕ ਝੋਨਾ ਵਾ, ਇੱਥੇ ਤੇ ਕਮਾਈ ਆ ਜੀ। ਇੱਕ ਦਿਨ ਦੀ ਕਮਾਈ ਜਿਹੜਾ ਬਹੁਤ ਲੇਟ ਕਰ ਦਿੰਦੀ ਆ। ਸੋ ਤੁਸੀਂ ਇੱਕ ਵੀਕ ਸਟਰਗਲ ਕੀਤੀ ਤੇ ਪਰ ਫਿਰ ਵੀ ਤੁਸੀਂ ਲੱਕੀ ਆ, ਗੌਰਮੈਂਟ ਨੇ ਤੁਹਾਡੀ ਸੁਣੀ। ਉਹਨਾਂ ਨੂੰ ਸੁਣਨਾ ਪੈਣਾ ਸੀਗਾ ਜੀ, ਕਿਉਂਕਿ ਅਸੀਂ ਆਪ ਦਾ ਜਿਹੜਾ ਸਾਡਾ ਟਰੱਕ ਵਾਲਿਆਂ ਦੀ ਤਾਕਤ ਸੀ। ਕਿਉਂਕਿ ਦੇਖੋ ਜੀ, ਮੈਂ ਇੱਕ ਚੀਜ਼ ਸਮਝਦਾ ਕਿ ਟਰੱਕਿੰਗ ਨੂੰ ਸਾਰੇ ਲੋਕੀ ਲਾਈਟ ਬਹੁਤ ਲੈਂਦੇ ਆ। ਜੇ ਕੋਈ ਫੋਰ ਐਗਜ਼ਾਮਪਲ ਸੜਕ ਤੇ ਟਰੱਕ ਜਾਂਦਾ, ਜੇ ਕੋਈ ਬੰਦਾ ਗੱਡੀ 'ਚ ਆ ਜਾਂ ਕੋਈ ਕਿਵੇਂ ਵੀ, ਉਹ ਟਰੱਕਾਂ ਵਾਲੇ ਐਂ ਦੇਖਦੇ ਆ ਵੀ ਇਹਨਾਂ ਦਾ ਕੀ ਆ, ਵੀ ਯਾਰ ਟਰੱਕਾਂ ਵਾਲੇ। ਪਰ ਕੀ ਕਾਰਨ ਆ ਕਿ ਇਹ 7 ਸਮੁੰਦਰਾਂ ਪਾਰ ਵੀ ਇੱਦਾਂ ਵਾ ਤੇ ਇੰਡੀਆ 'ਚ ਵੀ ਟਰੱਕਾਂ ਵਾਲਿਆਂ ਨੂੰ ਕਹਿੰਦੇ ਛੱਡੋ ਇਹ ਟਰੱਕਾਂ ਵਾਲਾ ਹੀ ਆ? ਨਹੀਂ ਜੀ, ਇਹ ਸਾਨੂੰ ਸਾਡੀ ਸੋਚ ਬਦਲਣੀ ਪੈਣੀ ਆ। ਇੱਥੇ ਕੈਨੇਡਾ ਅਮਰੀਕਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ 90% ਜੇ ਕੋਈ ਕੰਮ ਚੱਲਦਾ, ਜੇ ਦੋਵੇਂ ਦੇਸ਼ ਚੱਲਦੇ, ਮੈਂ ਸ਼ਰੇਆਮ ਕਹਿ ਸਕਦਾ, ਉਹ ਟਰੱਕਾਂ ਦੇ ਸਿਰ ਤੇ ਚੱਲਦੇ ਆ। ਅਸੀਂ ਬੈਕਬੋਨ ਆ ਇਸ ਦੋਵਾਂ ਦੇਸ਼ਾਂ ਦੀ। ਨਾਰਥ ਅਮਰੀਕਾ ਦੀ ਅਸੀਂ ਬੈਕਬੋਨ ਆ, ਤਾਂ ਇਹ ਆਪਣੇ ਦੇਸ਼ ਚੱਲਦੇ ਆ। ਹੁਣ ਆਪਾਂ ਇੱਥੇ ਬੈਠੇ ਆ ਜਾਂ ਆਪਾਂ ਕੋਈ ਫੂਡ ਖਾਣੇ ਜਾਂ ਕੁਝ ਵੀ ਆ, ਆਪਾਂ ਕੱਪੜੇ ਪਾਉਨੇ, ਉਹ ਕਿਤੇ ਨਾ ਕਿਤੇ ਟਰੱਕਿੰਗ ਰਿਲੇਟਡ ਆ ਉਹਦੇ ਨਾਲ। ਆਪਾਂ ਬੈਠੇ ਇੱਥੇ, ਉਹ ਚੀਜ਼ ਬਣੀ ਹੋ ਸਕਦਾ ਕਿਸੇ ਹੋਰ ਆਪਣੇ ਦੇਸ਼ ਦੀ ਹੋਵੇ, ਹੋ ਸਕਦਾ ਅਮਰੀਕਾ ਦੀ ਹੋਵੇ। ਸੋ ਟਰੱਕਾਂ ਵਾਲੇ ਬੈਕਬੋਨ ਨੇ ਹਮੇਸ਼ਾ ਸਾਨੂੰ ਹਮੇਸ਼ਾ ਹੀ ਅਣਗੌਲਿਆ ਇਹਨਾਂ ਨੇ ਕੀਤਾ ਹੈ, ਗਵਰਨਮੈਂਟਸ ਨੇ। ਬਟ ਐਨੀਵੇਜ਼ ਆਪਾਂ ਉਦੋਂ ਇੱਕ ਬਹੁਤ ਵੱਡਾ ਹਮਲਾ ਮਾਰਿਆ ਸਾਰਿਆਂ ਨੇ ਰਲ ਕੇ, ਤੇ ਸਾਡਾ ਜਿਹੜਾ ਬਿੱਲ ਸੀਗਾ ਸਾਡੇ ਖਿਲਾਫ ਆਇਆ ਸੀ, ਅਸੀਂ ਉਹ ਰਿਟਰਨ ਕੀਤਾ, ਵਾਪਸ ਮੋੜਿਆ, ਵਾਪਸ ਪੁਸ਼ ਕੀਤਾ ਗਵਰਨਮੈਂਟ ਤੋਂ। ਤੇ ਉੱਥੋਂ ਇੱਕ ਗਵਰਨਮੈਂਟ ਦੇ ਖਿਲਾਫ ਜਾਣ ਦੇ ਨਾਲ ਸਾਡੀ ਇੱਕ ਸੰਸਥਾ ਪ੍ਰਗਟ ਹੋਈ। ਜਿਵੇਂ ਸੰਘਰਸ਼ ਦੇ ਵਿੱਚੋਂ ਇੱਕ ਲਹਿਰ ਨਿਕਲੀ ਜਿਹਦਾ ਨਾਮ ਆ OATA, ਓਨਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ। ਸਾਡੀ ਜਿਹੜੀ ਐਸੋਸੀਏਸ਼ਨ ਆ, ਮੈਨੂੰ ਲੱਗਦਾ ਕਿ ਆਪਣੇ ਕੋਲ ਨਾ ਸਮਾਂ ਵੀ ਸੀਮਤ ਨਹੀਂ, ਅਸੀਂ ਉਹਦੀਆਂ ਜੇ ਪ੍ਰਾਪਤੀਆਂ ਤੁਹਾਨੂੰ ਦੱਸੀਏ, ਪ੍ਰਾਪਤੀਆਂ ਗਣਾਈਏ, ਤਾਂ ਅੱਜ ਤੱਕ ਇਤਿਹਾਸ 'ਚ ਹੋਇਆ ਹੀ ਨਹੀਂ ਜੋ ਸਾਡੀ ਐਸੋਸੀਏਸ਼ਨ ਨੇ ਮੇਨ 2-4 ਤੁਸੀਂ ਦੱਸ ਸਕਦੇ ਆ। $2 ਲੱਖ ਤੋਂ ਵੱਧ ਟਿਕਟਾਂ ਅੱਜ ਤੱਕ ਨਾਰਥ ਅਮਰੀਕਾ ਦੇ ਇਤਿਹਾਸ 'ਚ ਨਹੀਂ ਹੋਇਆ। ਜੋ ਸਾਨੂੰ ਉਹ ਬਿੱਲ ਲਿਆਉਣ ਨਾਲ ਮਿਲੀਆਂ ਸੀ, ਉਹ ਅਸੀਂ ਰਿਟਰਨ ਕੀਤੀਆਂ, ਵਾਪਸ ਸਾਡੇ ਪੈਸੇ ਸਾਨੂੰ ਮਿਲੇ। ਜਿਨ੍ਹਾਂ ਤੇ ਚਾਰਜ ਲੱਗ ਚੁੱਕੇ ਸੀ, ਉਹ ਚਾਰਜ ਰਿਮੂਵ ਹੋਏ। ਤੁਸੀਂ ਦੇਖ ਲਓ ਵੀ $2 ਤੋਂ $2.5 ਲੱਖ ਸਾਡੇ ਟਰੱਕਾਂ ਵਾਲਿਆਂ ਦਾ ਬਚਿਆ, ਪਹਿਲੀ ਗੱਲ। ਦੂਜੀ, ਜੇ ਆਪਾਂ ਭਾਸ਼ਾ ਦੇ ਪ੍ਰਤੀ ਵੇਖ ਲਈਏ, ਅੰਟਾਰੀਓ ਦੇ ਵਿੱਚ ਜਿੰਨੀਆਂ ਸਾਡੀਆਂ ਗ੍ਰੈਵਲ ਕੁਆਰੀਜ਼ ਨੇ, ਗ੍ਰੈਵਲ ਪਿੱਟਾਂ ਨੇ, ਉਹਨਾਂ ਦੇ ਵਿੱਚ 80% ਸਾਡੇ ਲੋਕ ਕੰਮ ਕਰਦੇ ਆ, ਸਾਡੇ ਪੰਜਾਬੀ ਭਰਾ ਕੰਮ ਕਰਦੇ ਆ। ਕਿਤੇ ਨਾ ਕਿਤੇ ਸਾਨੂੰ ਇਹ ਲੱਗਿਆ ਕਿ ਸਮ ਟਾਈਮ, ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਨੂੰ, 1 ਜਾਂ 2% ਨੂੰ ਲੈਂਗੁਏਜ ਬੈਰੀਅਰਸ ਹੁੰਦਾ ਆ, ਵੀ ਨਹੀਂ ਪਤਾ ਲੱਗਦਾ ਇੰਗਲਿਸ਼ ਕੀ ਲਿਖਿਆ, ਪਰ ਉਦੋਂ ਵੱਧ ਕੇ ਸਾਨੂੰ ਇਹ ਸੀਗਾ ਕਿ ਸਾਡੀ ਪ੍ਰੈਜ਼ੈਂਸ ਹੋਣੀ ਚਾਹੀਦੀ ਆ। ਅਸੀਂ ਜਿੱਥੇ ਕੰਮ ਕਰਦੇ ਆ, ਸਾਡੀ ਭਾਸ਼ਾ 'ਚ ਉੱਥੇ ਸਾਈਨ ਲੱਗਣੇ ਚਾਹੀਦੇ ਆ। ਚਾਹੇ ਸਾਨੂੰ ਇੰਗਲਿਸ਼ ਆਉਂਦੀ ਆ, ਉਹਦੇ ਹੁੰਦੇ ਹੋਏ ਵੀ ਸਾਡੀ ਭਾਸ਼ਾ ਸਾਨੂੰ ਦਿਖਣੀ ਚਾਹੀਦੀ ਆ। ਇਹ ਫਿਰ ਹੋ ਗਿਆ ਜਿੱਦਾਂ ਤੁਸੀਂ ਚਾਹੁੰਦੇ? ਬਿਲਕੁਲ ਹੋਇਆ ਜੀ। ਫਿਰ ਤਾਂ ਤੁਸੀਂ ਬੜੀ ਵਧਾਈ ਦੇ ਪਾਤਰ ਆ ਕਿ 7 ਸਮੁੰਦਰਾਂ ਤੋਂ ਪਾਰ ਜਿਹੜੇ ਆਪਣੀ ਜਿਹੜੀ ਪੰਜਾਬੀ ਬੋਲੀ ਜਿਹੜੀ ਆ, ਉਹ ਤੁਹਾਨੂੰ ਵੋਟ ਲੱਗੇ ਜਿਹੜੇ ਆ ਮਿਲ ਰਹੇ ਆ। ਪਿਆਰੇ ਦਰਸ਼ਕੋ, ਬੜਾ ਇਹ ਸੰਘਰਸ਼ ਆ ਜਿਹੜਾ ਕੀਤਿਆਂ ਕੁਛ ਨਾ ਕੁਛ ਫਾਇਦਾ ਹੁੰਦਾ। ਤੁਸੀਂ ਇਸ ਚੀਜ਼ ਦੇ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਆ ਤੁਹਾਨੂੰ ਵਧਾਈ ਜਾਂਦੀ ਹੈ ਜੀ। ਡਫਰਿਨ ਦੀਆਂ ਕੁਆਰੀਜ਼ ਨੇ ਜੀ, ਇੱਕ ਡਫਰਿਨ ਬ੍ਰਾਂਡ ਆ ਬਹੁਤ ਵੱਡਾ, ਉਹਨਾਂ ਨੇ ਅੰਟਾਰੀਓ ਵਾਈਡ ਜਿੰਨੀ ਉਹਨਾਂ ਦੀ ਕੁਆਰੀਜ਼ ਨੇ, ਉਹਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਸਾਈਨ ਲਵਾਏ ਆ, ਜੋ ਕਿ ਐਸੋਸੀਏਸ਼ਨ ਨੇ ਲਾ ਕੇ ਦਿੱਤੇ ਆ। ਇਹਦੇ ਵਿੱਚ ਸਭ ਤੋਂ ਵੱਧ ਜੋ ਧੰਨਵਾਦ ਵੀ ਬਣਦਾ ਆ, ਉਹ ਪਿੱਟ ਦਾ ਵੀ ਬਣਦਾ, ਉਹ ਕੁਆਰੀਜ਼ ਦਾ, ਬ੍ਰਾਂਡ ਦਾ ਬਣਦਾ, ਡਫਰਿਨ ਦਾ। ਕਿਉਂਕਿ ਉਹਨਾਂ ਨੇ ਕਿਤੇ ਨਾ ਕਿਤੇ ਸਾਨੂੰ ਕਿਹਾ ਕਿ ਤੁਸੀਂ ਆਓ, ਅਸੀਂ ਉਹਨਾਂ ਨਾਲ ਗੱਲ ਕੀਤੀ, ਟੇਬਲ ਤੇ ਬੈਠੇ, ਉਹ ਕਹਿੰਦੇ ਤੁਸੀਂ ਲਾ ਸਕਦੇ ਹੋ। ਸੋ ਇਹ ਦੋਵਾਂ ਪਾਸਿਓਂ ਸਹਿਯੋਗ ਸੀਗਾ। ਪਰ ਜਿਹੜਾ ਇਹਦਾ ਪ੍ਰਪੋਜ਼ ਕੀਤਾ, ਜੋ ਪਹਿਲ ਕਦਮੀ ਕੀਤੀ ਆ, ਉਹ ਐਸੋਸੀਏਸ਼ਨ ਨੇ ਕੀਤੀ ਸੀਗੀ। ਬਿਲਕੁਲ ਜੀ। ਕੋਈ ਨਾ ਕੋਈ ਅੱਗੇ ਲੱਗਦਾ ਤੇ ਫੇਰ ਹੀ ਇਹ ਕੰਮ ਹੁੰਦੇ ਆ ਜੀ। ਸੋ ਇਹ ਜਿਹੜੀ ਆ ਤੁਹਾਡੀ ਇਸ ਲੈਂਡ ਦੇ ਵਿੱਚ ਤੁਸੀਂ ਕਿੱਦਾਂ ਇਹ ਕੰਮ ਜਿਹੜਾ ਸ਼ੁਰੂ ਕੀਤਾ NDP ਦੇ ਵਿੱਚ, ਤੁਸੀਂ ਕਿੱਦਾਂ ਆਏ, ਕਿੱਦਾਂ ਤੁਹਾਡਾ ਵਿਚਾਰ ਬਣਿਆ? ਸਹੀ ਦੱਸਾਂ ਤਾਂ 2016 ਤੋਂ ਬਾਅਦ ਕੰਮ ਅਸੀਂ 11 ਤੋਂ ਹੀ ਕਰ ਰਹੇ ਹਾਂ NDP ਨਾਲ, ਪਰ ਉਦੋਂ ਕੋਈ ਐਵੇਂ ਲੱਗਦਾ ਨਹੀਂ ਸੀਗਾ ਕਿ ਆਪਾਂ ਪੋਲਿਟਿਕਸ ਜੰਪ ਇਨ ਕਰਾਂਗੇ। ਬਟ 2016 ਦੇ ਵਿੱਚ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਕਿੱਥੇ ਤਾਂ ਗਵਰਨਮੈਂਟ ਕਹਿ ਰਹੀ ਆ ਕਿ ਜਿਹੜਾ ਅਸੀਂ ਬਿੱਲ ਇੱਕ ਵਾਰੀ ਲੈ ਆਏ ਸੋ ਲੈ ਆਏ, ਉਹ ਅਟੱਲ ਆ, ਉਹ ਕਦੇ ਵਾਪਸ ਨਹੀਂ ਹੋਣਾ। ਕਿੱਥੇ ਲੋਕਾਂ ਦੀ ਪਾਵਰ ਨੇ ਉਹ ਬਿੱਲ ਰਿਟਰਨ ਕਰਤਾ, ਵਾਪਸ ਕਰਤਾ। ਸਾਨੂੰ ਐਗਜ਼ੈਂਪਸ਼ਨ ਮਿਲ ਗਈ ਲਿਫਟ ਐਕਸਲ ਦੇ ਉੱਪਰ, ਐਕਸਲ ਵੇਟ ਤੇ ਸਾਰੇ ਤੇ ਐਗਜ਼ੈਂਪਸ਼ਨ ਮਿਲ ਗਈ। ਕਿਤੇ ਨਾ ਕਿਤੇ ਇਹ ਲੱਗਿਆ ਕਿ ਆਪਾਂ ਕਈ ਵਾਰੀ ਕੋਸ਼ਿਸ਼ ਨਹੀਂ ਕਰਦੇ, ਆਪਾਂ ਸਖਣੇ ਰਹਿ ਜਾਂਦੇ ਹਾਂ ਕੋਸ਼ਿਸ਼ ਕੀਤੇ ਬਿਨਾਂ। ਆਪਾਂ ਇਹ ਸੋਚ ਲੈਂਦੇ ਹਾਂ ਕਿ ਇਹ ਕੰਮ ਤਾਂ ਜੀ ਹੋ ਹੀ ਨਹੀਂ ਸਕਦਾ, ਚਲੋ ਆਪਾਂ ਕੀ ਲੈਣਾ, ਕੋਈ ਹੋਰ ਕਰ ਜੇ। ਮੇਰੇ ਦਿਲ ਦੇ ਵਿੱਚ ਉਦੋਂ ਇੱਕ ਇਹ ਉਮੰਗ ਪੈਦਾ ਹੋਈ, ਮੈਨੂੰ ਆਪਣੇ ਅੰਦਰੋਂ ਇਹ ਮਹਿਸੂਸ ਹੋਇਆ ਕਿ ਸਾਨੂੰ ਪੋਲਿਟਿਕਸ ਜਾਣਾ ਚਾਹੀਦਾ। ਅਗਰ ਆਪਾਂ ਜਾਂਦੇ ਹਾਂ
ਵੀ ਕੈਨ ਚੇਂਜ ਵੈਰੀ ਮਚ, ਅਸੀਂ ਬਹੁਤ ਕੁਝ ਚੇਂਜ ਕਰ ਸਕਦੇ ਹਾਂ। ਸੋ ਉੱਥੇ ਐਸੋਸੀਏਸ਼ਨ ਦੇ ਵਿੱਚੋਂ ਮੈਨੂੰ ਕਿਤੇ ਨਾ ਕਿਤੇ ਬੂਸਟ ਮਿਲਿਆ, ਪਲੱਸ ਜਿਹੜੇ ਸਾਡੀ ਐਸੋਸੀਏਸ਼ਨ ਦੇ ਮੈਂਬਰ ਆ ਉਹ ਵੀ ਕਾਫੀ ਲੰਬੇ ਸਮੇਂ ਤੋਂ ਸਾਨੂੰ ਕਿਤੇ ਨਾ ਕਿਤੇ ਕਹਿੰਦੇ ਸੀਗੇ ਕਿ ਆਪਣਾ ਕੋਈ ਯਾਰ ਬੰਦਾ ਹੋਣਾ ਚਾਹੀਦਾ ਵਿੱਚ, ਆਪਾਂ ਵਿੱਚ ਚੱਲੇ। ਬੜੀਆਂ ਮਾਰਾਂ ਮਾਰੀਆਂ ਕੈਨੇਡਾ ਨੇ, ਤੁਹਾਡੇ ਸ਼ਾਬਾਸ਼ ਹੈ। ਪਹਿਲੀ ਤੇ ਗੱਲ ਹੈ ਇੱਥੋਂ ਕਾਮਾ ਗਾਟਾ ਮਾਰੂ ਲਹਿਰ ਚੱਲੀ, ਔਰ ਇੱਥੇ ਵੇਖੋ ਕਿ ਹਰਜੀਤ ਸਿੰਘ ਸੱਜਣ ਵਰਗੇ ਜੀ, ਸਾਬਤ ਸੂਰਤ ਸਿੱਖ ਜੀ, ਔਰ ਮਨਜਿੰਦਰ ਸਿੰਘ ਔਰ ਹੋਰ ਵੀ ਜਿਹੜੇ ਸੁਖਧਾਰੀ ਵਾਲੇ ਆ, ਕਿੰਨੇ ਮੈਂਬਰ ਆਪਣੇ ਗੁਰੂ ਨਾਨਕ ਦੀ ਕਿਰਪਾ ਨਾਲ ਜਿਹੜੇ ਪਾਰਲੀਮੈਂਟ ਦੇ ਵਿੱਚ ਉਹ ਜਦੋਂ ਮਿਲਦੇ ਇੱਕ ਦੂਜੇ ਨੂੰ, ਮੈਂ ਉਹਨਾਂ ਦੀਆਂ ਇੰਟਰਵਿਊਆਂ ਕੀਤੀਆਂ ਲਾਸਟ ਈਅਰ, ਮੈਂ ਉੱਥੇ ਸਰੀ ਗਿਆ, ਵੈਂਕੂਵਰ ਗਿਆ, ਉਹ ਕਹਿੰਦੇ ਜਦੋਂ ਪਾਰਲੀਮੈਂਟ ਦੇ ਵਿੱਚ ਜਾਂਦੇ ਇੱਕ ਦੂਜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਆ, ਇਹ ਗੁਰੂ ਨਾਨਕ ਦੀ ਕਿਰਪਾ ਨਹੀਂ ਹੋਰ ਕੀ। ਅੱਛਾ, ਇਹ ਜਿਹੜੀ ਤੁਸੀਂ ਪਾਰਟੀ ਚੁਣੀ ਆ, ਇਹ ਤੁਸੀਂ ਕਿਹੜੀ ਇਹ ਪਾਰਟੀ ਜਿਹੜੀ ਹੈ NDP ਦੇ ਕਿਹੜੇ ਏਰੀਏ 'ਚ ਤੁਸੀਂ, ਜਿੱਦਾਂ ਬਰੈਂਪਟਨ ਵੈਸਟ ਦੇ ਵਿੱਚ ਤੁਸੀਂ ਖੜੇ ਆ, ਤੇ ਤੁਸੀਂ ਇਹੀ ਪਾਰਟੀ ਕਿਉਂ ਚੁਣੀ NDP? ਕੀ ਕਿੱਦਾਂ ਤੁਹਾਂ ਇਹ ਜਿਹੜੀ ਹੈ ਇਹ ਤੁਹਾਡਾ ਮਨ ਬਣਿਆ ਕਿ ਮੈਂ ਇਸੇ ਪਾਰਟੀ ਦੇ ਵਿੱਚ ਹੀ ਜਾਵਾਂ? ਦੇਖੋ ਜੀ, NDP ਜਿਹੜੀ ਪਾਰਟੀ ਆ ਉਹ ਆਮ ਲੋਕਾਂ ਦੀ ਪਾਰਟੀ ਆ, ਆਮ ਬੰਦੇ ਦੀ ਪਾਰਟੀ ਆ। ਸਾਡਾ ਜਿਹੜਾ ਪਲੇਟਫਾਰਮ ਉਹ ਵੈਰੀ ਕਲੀਅਰ ਆ, ਸਾਡਾ ਸਟੈਂਡ ਬਹੁਤ ਹੀ ਜ਼ਿਆਦਾ ਕਲੀਅਰ ਆ ਕਿ ਆਮ ਜੋ ਲੋਕ ਨੇ, ਜੋ ਆਮ ਤਬਕਾ ਆ, ਉਹਨਾਂ ਦੀ ਜ਼ਿੰਦਗੀ ਸੌਖੀ ਕਿਵੇਂ ਬਣਾਈ ਆ। ਹੁਣ ਅਸੀਂ ਜਦੋਂ ਡੋਰ ਨੌਕਿੰਗ ਕਰਦੇ ਆ, ਬੜੇ ਸਵਾਲ ਸਾਨੂੰ ਇਹ ਆਉਂਦੇ ਆ ਕਿ ਸਾਡੀ ਜਿਹੜੀ ਆਟੋ ਇੰਸ਼ੋਰੈਂਸ ਆ, ਲੋਕੀ ਸਾਨੂੰ ਪੁੱਛਦੇ ਆ ਕਿ ਸਾਡੀ ਗੱਡੀ ਦੀ ਇੰਸ਼ੋਰੈਂਸ ਸਾਡੀ ਗੱਡੀ ਦੀ ਕਿਸ਼ਤ ਨਾਲੋਂ ਵੱਡੀ ਆ। ਅਸੀਂ ਗੱਡੀ ਲੈਣ ਲੱਗੇ ਨਹੀਂ ਸੋਚਦੇ, ਗੱਡੀ ਦੀ ਇੰਸ਼ੋਰੈਂਸ ਲੈਣ ਲੱਗੇ ਅਸੀਂ ਸੋਚਦੇ ਆ। ਮੈਂ ਬੜੇ ਲੋਕਾਂ ਤੋਂ ਇਹ, ਸਾਡੇ ਵੀਰਾਂ ਭੈਣਾਂ ਤੋਂ ਇਹ ਗੱਲ ਸੁਣੀ ਆ ਕਿ ਅਸੀਂ ਪਹਿਲਾਂ ਇੰਸ਼ੋਰੈਂਸ ਵਾਲੇ ਨੂੰ ਪੁੱਛਦੇ ਆ ਵੀ ਸਾਡੀ ਇੰਸ਼ੋਰੈਂਸ ਕਿੰਨੀ ਹੋ, ਉਸ ਹਿਸਾਬ ਨਾਲ ਅਸੀਂ ਗੱਡੀ ਲੈਂਦੇ ਆ। ਦੇਖੋ, ਹੋਣਾ ਇਹ ਚਾਹੀਦਾ ਸੀਗਾ ਕਿ ਆਪਾਂ ਇਹ ਸੁਣਦੇ ਆ ਕਿ ਗੱਡੀ ਲੈਣੀ ਬਹੁਤ ਔਖੀ ਆ, ਪਰ ਇੱਥੇ ਪੁੱਠਾ ਕੰਮ ਹੋ ਗਿਆ। ਇੱਥੇ ਇਹ ਹੋ ਗਿਆ ਵੀ ਗੱਡੀ ਲੈ ਲਓ, ਇੰਸ਼ੋਰੈਂਸ ਕਰਾਉਣੀ ਬਹੁਤ ਔਖੀ ਆ। NDP, ਤੁਸੀਂ ਸਵਾਲ ਪੁੱਛਿਆ ਵੀ NDP 'ਚ ਕਿਉਂ ਆਏ, ਇਹ ਇੰਨੇ ਮੁੱਦੇ ਸਾਡੇ ਭਖ ਦੇ ਮੁੱਦੇ ਨੇ। 15 ਸਾਲਾਂ ਤੋਂ ਇੱਕੋ ਗਵਰਨਮੈਂਟ ਅੰਟਾਰੀਓ ਦੇ ਵਿੱਚ, ਬੇੜਾ ਸਾਡਾ ਆਲਮੋਸਟ ਗਰਕ ਹੋਣ ਦੇ ਨੇੜੇ ਹੋ ਗਿਆ। ਸਭ ਤੋਂ ਵੱਧ ਜਿਹੜਾ ਕਰਜ਼ਈ ਆ ਸੂਬਾ ਉਹ ਅੰਟਾਰੀਓ ਆ ਕੈਨੇਡਾ ਦੇ ਵਿੱਚ। ਸਭ ਤੋਂ ਘੱਟ ਐਕਸੀਡੈਂਟ ਆ ਜਿਹੜੇ ਉਹ ਅੰਟਾਰੀਓ 'ਚ ਹੁੰਦੇ ਆ, ਪਰ ਸਭ ਤੋਂ ਵੱਧ ਇੰਸ਼ੋਰੈਂਸ ਅੰਟਾਰੀਓ ਦੀ ਆ। ਸਭ ਤੋਂ ਵੱਧ ਬਿਜਲੀ ਦੇ ਬਿੱਲ ਸਾਡੇ ਆ। ਸਭ ਤੋਂ ਵੱਧ ਐਕਸੀਡੈਂਟ ਹੋਣ ਦਾ ਕੀ ਕਾਰਨ ਹੈ? ਦੇਖੋ, ਐਕਸੀਡੈਂਟ ਇੱਥੇ ਘੱਟ ਹੁੰਦੇ ਆ, ਪਰ ਸਭ ਤੋਂ ਵੱਧ ਇੰਸ਼ੋਰੈਂਸ ਇੱਥੇ ਜ਼ਿਆਦਾ ਆ। ਇੰਸ਼ੋਰੈਂਸ ਕਿਉਂ ਜ਼ਿਆਦਾ? ਜਿਹੜੀਆਂ ਗਵਰਨਮੈਂਟਸ ਨੇ, ਉਹ ਜਿਹੜੀਆਂ ਆਪਣੀਆਂ ਇੰਸ਼ੋਰੈਂਸ ਕੰਪਨੀਜ਼ ਨੇ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਬੈਕ ਦਾ ਸੀਨ, ਉਹ ਕਿਤੇ ਨਾ ਕਿਤੇ ਉਹਨਾਂ ਦਾ ਕੋਈ ਗੰਢ ਤੋਪਾ ਮੈਨੂੰ ਲੱਗਦਾ। ਇਹ ਜਿਸ ਤਰ੍ਹਾਂ ਤੁਸੀਂ ਦੱਸਦੇ ਕਿ 15 ਸਾਲ ਤੋਂ ਇਹੀ ਕਾਬਜ ਆ, ਇਹਦੇ ਵਿੱਚ ਅਪੋਜੀਸ਼ਨ ਜਿਹੜੀ ਆ ਉਹ ਬੜੀ ਸਟਰੋਂਗ ਹੋਣੀ ਚਾਹੀਦੀ ਆ। ਅਪੋਜੀਸ਼ਨ ਸਟਰੋਂਗ ਹੋਵੇ ਤੇ ਜਿਹੜੀ ਮੌਜੂਦਾ ਪਾਰਟੀ ਆ ਉਹ ਵੀ ਜਦੋਂ ਫੈਸਲਾ ਲੈਂਦੀ ਆ ਤੇ ਬੜਾ ਸੋਚ ਸਮਝ ਕੇ ਲੈਂਦੀ ਆ। ਸੋ ਵੇਖੋ ਕਿ ਹੁਣ ਤੁਹਾਡੀ ਜਿਹੜੀ ਆ ਇਲੈਕਸ਼ਨ ਹੁੰਦੀ ਆ ਤੇ ਕਿਹੜੀ ਪਾਰਟੀ ਜਿੱਤਦੀ ਆ, ਤੇ ਤੁਹਾਡਾ ਕੀ ਏਮ ਆ, ਤੁਸੀਂ ਕੀ ਕਰੋਗੇ? ਤੁਹਾਡੀ ਪਾਰਟੀ ਜਿੱਤ ਕੇ ਅੱਗੇ ਆਉਂਦੀ ਆ ਤੇ ਕੀ ਤੁਹਾਡਾ ਜਿਹੜਾ ਮੈਨੀਫੈਸਟੋ ਕੀ ਆ? ਸਾਡਾ ਜੀ ਸਭ ਤੋਂ ਵੱਡੀ ਚੀਜ਼ ਜੋ ਮੈਨੀਫੈਸਟੋ ਦੇ ਵਿੱਚ ਅਸੀਂ ਫੋਕਸ ਕੀਤਾ ਜਿਹਦੇ ਉੱਪਰ, ਉਹ ਹੈਗਾ ਹੈਲਥ ਕੇਅਰ। ਹੈਲਥ ਕੇਅਰ ਦੇ ਵਿੱਚ ਕੀ ਆ, ਬਰੈਂਪਟਨ ਦੇ ਵਿੱਚ 1.5 ਹਸਪੀਟਲ ਆ। ਇਸ ਸਾਲ 2017 ਦੇ ਵਿੱਚ ਇੱਕ ਸਰਵੇ ਆਇਆ ਕਿ 4352 ਲੋਕੀ ਹਸਪੀਟਲ ਗਏ ਜਿਨ੍ਹਾਂ ਦੀ ਟ੍ਰੀਟਮੈਂਟ ਹਾਲ ਵਿੱਚ ਹੋਈ ਆ, ਉਹਨਾਂ ਨੂੰ ਕਮਰਾ ਨਹੀਂ ਦਿੱਤਾ ਗਿਆ। ਉਹ ਵਿਚਾਰੇ ਹਸਪੀਟਲ ਦੇ ਹਾਲਵੇ ਦੇ ਵਿੱਚ ਰਹਿ ਕੇ ਉਹਨਾਂ ਦੀ ਟ੍ਰੀਟਮੈਂਟ ਹੋਈ ਆ, ਤੇ ਉਹਨਾਂ ਨੂੰ ਕੋਈ ਆਪਣਾ ਸੈਪਰੇਟ ਵਾਸ਼ਰੂਮ, ਸੈਪਰੇਟ ਰੂਮ ਕੁਛ ਨਹੀਂ ਮਿਲਿਆ। ਮੇਰਾ ਇੱਥੇ ਇੱਕ ਸਵਾਲ ਆ ਗਵਰਨਮੈਂਟ ਵਾਸਤੇ ਕਿ ਆਪਾਂ ਇੰਨਾ ਟੈਕਸ ਪੇ ਕਰਦੇ ਹਾਂ ਅੰਟਾਰੀਓ ਦੇ ਵਿੱਚ, ਸਾਡਾ ਜਿਹੜਾ ਹੈਲਥ ਕੇਅਰ ਸਿਸਟਮ ਆ ਇਹ ਦਿਨ ਪਰ ਦਿਨ ਥੱਲੇ ਕਿਉਂ ਜਾ ਰਿਹਾ? ਤੁਸੀਂ ਵਿੰਡਸਰ ਦੀ ਐਗਜ਼ਾਮਪਲ ਲੈ ਲਓ, ਇੱਥੇ ਇੱਕ ਸ਼ਹਿਰ ਆ ਜੀ ਵਿੰਡਸਰ, ਉਹਦੀ ਜਿਹੜੀ ਆਬਾਦੀ ਆ ਉਹ ਬਰੈਂਪਟਨ ਦੇ ਮੁਕਾਬਲੇ ਕਾਫੀ ਘੱਟ ਆ, ਪਰ ਸਾਡੇ ਨਾਲੋਂ 2 ਗੁਣਾ 3 ਗੁਣਾ ਵੱਧ ਹਸਪੀਟਲ ਨੇ ਉੱਥੇ, ਕਿਉਂਕਿ ਉਹ ਹੈਲਥ ਕੇਅਰ ਉਹਨਾਂ ਨੂੰ ਆਏ ਆ ਕਿ ਸਾਨੂੰ ਹੈਲਥ ਕੇਅਰ ਸਭ ਤੋਂ ਅਹਿਮ ਆ ਮੁੱਦਾ ਹੈਲਥ ਕੇਅਰ ਦਾ। ਬਟ ਸਾਡਾ ਜੋ ਬਰੈਂਪਟਨ ਆ ਇਹਦੇ ਵਿੱਚ ਇਹਨਾਂ ਨੇ ਸਿਰਫ 1.5 ਹਸਪੀਟਲ ਰੱਖਿਆ। ਅਗਰ NDP ਆਉਂਦੀ ਆ, ਪਹਿਲੇ ਨੰਬਰ ਤੇ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਹਸਪੀਟਲ ਦਾ, ਅਸੀਂ ਹਸਪੀਟਲ ਨਵਾਂ ਬਣਾਵਾਂਗੇ। ਸੈਕੰਡ ਕੀ ਆ ਜੀ, ਡੈਂਟਲ ਕੇਅਰ ਆ ਜਿਹੜੀ, ਤੇ ਅੱਖਾਂ ਦੀ ਕੇਅਰ ਆ, ਉਹ ਬਹੁਤ ਜ਼ਿਆਦਾ ਐਕਸਪੈਂਸਿਵ ਆ, ਉਹ ਅਸੀਂ ਅਸੈਸਿਬਲ ਬਣਾਉਣੀ ਆ, ਆਮ ਲੋਕਾਂ ਦੀ ਪਹੁੰਚ ਤੱਕ ਬਣਾਉਣੀ ਆ। ਇਹ ਸਾਡੇ ਮੇਨ ਮੁੱਦੇ ਨੇ ਜੀ। ਆਟੋ ਇੰਸ਼ੋਰੈਂਸ ਘਟਾ ਰਹੇ ਆ, ਹਾਈਡਰੋ ਆ ਜੀ, ਉਹਦੇ ਬਾਰੇ ਮੈਂ ਤੁਹਾਨੂੰ ਮਾੜਾ ਜਿਹਾ ਇੱਥੇ ਐਡ ਕਰਨਾ ਚਾਹੁੰਦਾ। ਜੋ ਸਾਡਾ ਬਿਜਲੀ ਮਹਿਕਮਾ ਆ, ਬਿਜਲੀ ਜੋ ਜਿੱਥੋਂ ਉਹਨੂੰ ਹਾਈਡਰੋ 1 ਕਹਿੰਦੇ ਆ ਇੱਥੇ, ਲਿਬਰਲ ਨੇ ਜੀ ਉਹ ਵੇਚਤਾ ਕਿਸੇ ਅਮੀਰ ਬੰਦਿਆਂ ਨੂੰ, ਕਿਸੇ ਵੱਡੇ ਕਾਰਪੋਰੇਟਡ ਘਰਾਣੇ ਨੂੰ ਵੇਚਤਾ। ਐਂਡ ਉਹਦਾ ਜਿਹੜਾ CEO ਆ ਉਹ $6 ਮਿਲੀਅਨ ਸਾਲ ਦੇ
ਤਨਖਾਹ ਲੈ ਰਹੇ ਨੇ, ਅਸੀਂ ਉਹਨੂੰ ਬੈਕ ਲਿਆ ਰਹੇ ਹਾਂ ਅੰਟਾਰੀਓ ਕੋਲ, ਸਾਡੇ ਲੋਕਾਂ ਦੇ ਹੱਥ 'ਚ ਉਹਨੂੰ ਵਾਪਸ ਲਿਆ ਰਹੇ ਹਾਂ, ਉਹਨੂੰ ਬਾਏ ਬੈਕ ਕਰ ਰਹੇ ਹਾਂ। ਉਹ ਕਰਨ ਦੇ ਨਾਲ 30% ਜੋ ਸਾਡੇ ਬਿਜਲੀ ਦੇ ਬਿੱਲ ਨੇ ਉਹ ਘਟ ਜਾਣਗੇ, ਸਿਰਫ ਉਹਨੂੰ ਬੈਕ ਲਿਆਉਣ ਦੇ ਨਾਲ ਹੀ। ਇਹ ਪ੍ਰਾਈਵੇਟਾਈਜ਼ ਕਰ ਰਹੇ ਆ। ਦੂਜੀ ਪਾਰਟੀ ਇੱਕ ਉਹ ਕਹਿ ਰਹੀ ਆ ਕਿ ਅਸੀਂ ਹਸਪੀਟਲ ਪ੍ਰਾਈਵੇਟਾਈਜ਼ ਕਰ ਦੇਣੇ ਆ। ਇਹ ਹੋ ਕੀ ਰਿਹਾ ਹੈ ਇਸ ਮੁਲਕ ਦੇ ਵਿੱਚ? ਅਸੀਂ ਇੰਨਾ ਟੈਕਸ ਦੇ ਕੇ ਵੀ ਜੇ ਸਾਰਾ ਕੁਝ ਪ੍ਰਾਈਵੇਟਾਈਜ਼ ਹੋ ਗਿਆ, ਅਸੀਂ ਸਰਵਾਈਵ ਕਿੱਥੋਂ ਕਰਾਂਗੇ? ਬਿਲਕੁਲ ਬਿਲਕੁਲ ਜੀ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵਾ ਕਿ ਇਹ ਜਿਹੜਾ ਹਸਪੀਟਲ ਆ ਇਹ ਬੜਾ ਜ਼ਰੂਰੀ ਹੈ ਐਵਰੀਵੇਅਰ, ਕਿਉਂਕਿ ਜਦੋਂ ਬੰਦੇ ਨੂੰ ਕੋਈ ਨਾ ਕੋਈ ਤਕਲੀਫ ਹੁੰਦੀ ਹੈ ਤੇ ਉਹਦਾ ਉਸੇ ਵੇਲੇ ਇਲਾਜ ਹੋਣਾ ਜ਼ਰੂਰੀ ਆ। ਤਾਂ ਹੀ ਹੋ ਸਕਦਾ ਜੇ ਆਪਣੇ ਕੋਲ ਪੂਰੀ ਫੈਸਿਲਿਟੀ ਹੋਵੇ, ਪੂਰੇ ਹਸਪੀਟਲ ਹੋਣ। ਤੇ ਹੋਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਾਰਟੀ ਚੁਣੀ ਆ, ਤੇ ਹੋਰ ਤੁਸੀਂ ਜਿਹੜੇ ਬਜ਼ੁਰਗ ਆ ਜਾਂ ਹੈਂਡੀਕੈਪਟ ਹੋ ਜਾਂਦੇ ਆ, ਤੇ ਉਹਨਾਂ ਬਾਰੇ ਤੁਹਾਡੀ ਪਾਰਟੀ ਦਾ ਜਿਹੜਾ ਕੀ ਵਿਚਾਰ ਆ? ਦੇਖੋ ਜੀ, ਉਹਦੇ ਬਾਰੇ ਵੀ ਸਾਡੇ ਕੋਲ ਵੈਰੀ ਸਟਰੋਂਗ ਪਲੇਟਫਾਰਮ ਆ ਕਿ ਹੁਣ ਕੀ ਹੋ ਗਿਆ, ਜਿਹੜੀ ਪਿਛਲੀ ਗਵਰਨਮੈਂਟ ਆ ਉਹਨਾਂ ਨੇ ਜਿਹੜੀਆਂ ਸੀਨੀਅਰਸ ਦੀਆਂ ਹੈਲਥ ਕੇਅਰ ਨੇ ਉਹਨਾਂ ਦੇ ਵਿੱਚ ਕਾਫੀ ਕਟੌਤੀ ਲਿਆਂਦੀ ਆ। ਫੋਰ ਐਗਜ਼ਾਮਪਲ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਵੇਂ ਕੋਈ ਜ਼ਿਆਦਾ ਬਜ਼ੁਰਗ ਆ ਕੋਈ ਸਾਡਾ ਸੀਨੀਅਰ ਸਿਟੀਜ਼ਨ, ਉਹਦੇ ਵਾਸਤੇ ਘਰੇ ਨਰਸ ਵਗੈਰਾ ਆਉਂਦੇ ਸੀਗੇ ਉਹਨਾਂ ਦੀ ਟੇਕ ਕੇਅਰ ਕਰਨ ਨੂੰ। ਤੇ ਬਾਹਰ ਨਹੀਂ ਬਣਾਏ ਇਹਨੇ ਗਵਰਨਮੈਂਟ ਨੇ ਬਜ਼ੁਰਗ ਹਾਊਸ ਬਜ਼ੁਰਗਾਂ ਦੇ ਰਹਿਣ ਦੇ ਵਾਸਤੇ? ਕਈ ਬਜ਼ੁਰਗ ਮੁਸ਼ਕਲ ਹੁੰਦੀ ਆ ਘਰਾਂ ਦੇ ਵਿੱਚ, ਉਹਨਾਂ ਨੂੰ ਮਜਬੂਰੀ ਨਾਲ ਬਾਹਰ ਜਾਣਾ ਪੈਂਦਾ। ਕੋਈ ਇਹੋ ਜਿਹੀ ਸਹੂਲਤ ਹੈ ਬਜ਼ੁਰਗਾਂ ਵਾਸਤੇ? ਉਹ ਹੈਗੀ ਆ ਜੀ, ਆਲਰੇਡੀ ਚੱਲ ਰਹੀ ਆ ਇਹ ਗਵਰਨਮੈਂਟ ਜਿਹੜੀ ਹੁਣ ਹੈਗੀ ਇੱਥੇ ਰੂਲਿੰਗ। ਪਰ ਸਾਡੀ ਪਾਰਟੀ ਉਹਨਾਂ ਅਸੀਂ ਉਹਨੂੰ ਵਧਾ ਰਹੇ ਹਾਂ, ਉਸ ਸਹੂਲਤ ਨੂੰ ਅਸੀਂ ਜ਼ਿਆਦਾ ਵੱਡਾ ਕਰ ਰਹੇ ਹਾਂ ਲੋਕਾਂ ਵਾਸਤੇ। ਆਪਾਂ ਉਹਨੂੰ ਵਧਾਉਣ ਦੀ ਬਜਾਏ ਆਪਾਂ ਕੋਈ ਇਹੋ ਜਿਹਾ ਤਰੀਕਾ ਅਪਣਾਈਏ ਕਿ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਮਾਣ ਸਤਿਕਾਰ ਘਰ ਦੇ ਵਿੱਚ ਮਿਲੇ, ਜਿਨ੍ਹਾਂ ਨੇ ਬੱਚਿਆਂ ਨੂੰ ਪਾਲਿਆ ਹੁੰਦਾ ਵਾ, ਗਿੱਲੀ ਥਾਂ ਤੋਂ ਸੁੱਕੀ ਥਾਂ ਤੇ ਪਾਉਂਦੇ ਆ। ਬੱਚਾ ਬਿਮਾਰ ਹੋ ਜੇ ਤੇ ਉਹਨਾਂ ਦੇ ਭਾਜੀ ਬੰਦਿਆਂ ਦੀ ਰੋਟੀ ਨਹੀਂ ਖਾਂਦੇ, ਪਰ ਜਦੋਂ ਉਹਨਾਂ ਨੂੰ ਸਾਂਭਣ ਦੀ ਲੋੜ ਹੁੰਦੀ ਹੈ ਤੇ ਆਪਾਂ ਕਹਿੰਦੇ ਆ ਘਰੋਂ ਨਿਕਲ ਜਾਣਾ। ਕੀ ਖਿਆਲ ਤੁਹਾਡਾ ਇਹਦੇ ਵਿੱਚ? ਇਹਦੇ ਵਿੱਚ ਜੀ ਮੈਨੂੰ ਜੇ ਬੜਾ ਪਰਸਨਲ ਸਵਾਲ ਆ, ਮੈਨੂੰ ਐਂ ਲੱਗਦਾ ਕਿ ਕਿਤੇ ਨਾ ਕਿਤੇ ਆਪਾਂ ਨੂੰ ਗਵਰਨਮੈਂਟ ਦਾ ਵੀ ਚਲੋ ਇਹ 'ਚ ਰੋਲ ਹੋਣਾ ਚਾਹੀਦਾ। ਆਪਾਂ ਸਾਡੀ ਪਾਰਟੀ ਦਾ ਫੁੱਲ ਸਟੈਂਡ ਆ ਕਿ ਅਸੀਂ ਇਹਨੂੰ ਵੱਡਾ ਕਰਾਂਗੇ, ਬਟ ਕਿਤੇ ਨਾ ਕਿਤੇ ਜਿਹੜੇ ਬੱਚੇ ਆ ਖੁਦ ਆਪ, ਉਹਨਾਂ ਨੂੰ ਵੀ ਆਪਣੇ ਪੇਰੈਂਟਸ ਪ੍ਰਤੀ ਇਹ ਵਫਾਦਾਰੀ ਨਿਭਾਉਣੀ ਚਾਹੀਦੀ ਆ। ਉਹਨਾਂ ਨੂੰ ਕਿਤੇ ਨਾ ਕਿਤੇ ਫੀਲਿੰਗਸ ਹੋਣੀਆਂ ਚਾਹੀਦੀਆਂ ਨੇ ਕਿ ਸਾਡੇ ਪੇਰੈਂਟਸ ਨੇ ਸਾਡੇ ਲਈ ਬਹੁਤ ਕੁਝ ਕੀਤਾ, ਹੁਣ ਸਾਡਾ ਟਾਈਮ ਇਹਨਾਂ ਨੂੰ ਰਿਟਰਨ ਦੇ ਵਿੱਚ ਦੇਣ ਲਈ। ਪਰ ਗੱਲ ਤੁਹਾਡੀ ਸਹੀ ਹੈ, ਆਪਣੀ ਜਿਹੜੀ ਨੌਜਵਾਨ ਇਹਨਾਂ ਨੂੰ ਸਮਝਣਾ ਚਾਹੀਦਾ ਨਾ। ਇਹ ਸਾਡੀਆਂ ਨੌਜਵਾਨ ਧੀਆਂ ਕਹਿ ਦਿੰਦੀਆਂ ਕਿ ਮੈਂ ਵਿਆਹ ਤਾਂ ਕਰਾਉਣਾ ਵਾ ਤੇ ਮਾਂ ਪਿਓ ਦੇ ਨਾਲ ਨਾ ਰਹੇ। ਇਹ ਕਰਕੇ ਮਾਂ ਪਿਓ ਨੂੰ ਆਸ ਹੁੰਦੀ ਆ ਕਿ ਮੈਂ ਬੱਚਾ ਕਦੋਂ ਜਵਾਨ ਹੁੰਦਾ, ਕਦੋਂ ਵਿਆਹਾਂ ਤੇ ਕਦੋਂ ਆਪਣੇ ਨਹੁੰ ਦੇ ਪੱਕੀਆਂ ਪਕਾਈਆਂ ਖਾਵਾਂ। ਸੋ ਇਹ ਜਿਹੜਾ ਇਹ ਚੀਜ਼ ਕਿਤੇ ਨਾ ਕਿਤੇ ਜਿਹੜੀ ਆਪਾਂ ਨੂੰ ਬੜਾ ਇਹ ਇੱਕ ਬੈਡ ਇੰਪ੍ਰੈਸ਼ਨ ਪਾ ਰਹੀ ਆ ਕਿ ਜਿਹੜੇ ਬਜ਼ੁਰਗ ਆ ਉਹਨਾਂ ਦੀ ਆਪਾਂ ਸੇਵਾ ਤੋਂ, ਜਦੋਂ ਉਹਨਾਂ ਦਾ ਮੌਕਾ ਦਾ ਸੇਵਾ ਕਰਦਾ ਆਪਾਂ ਉਹਨਾਂ ਨੂੰ ਉਹ ਸੇਵਾ ਨਹੀਂ ਕਰ ਸਕਦੇ ਕਰ ਰਹੇ ਜਿਹੜੀ ਕਿ ਉਹਨਾਂ ਦੀ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਬਹੁਤ ਹੀ ਦੁਖਾਂਤ ਹੈ ਸਾਡੀ ਕੌਮ ਦਾ। ਦੇਖੋ ਗੁਰੂ ਨਾਨਕ ਸਾਹਿਬ ਦੀ ਜੋ ਟੀਚਿੰਗ ਸੀਗੀਆਂ, ਜੋ ਉਹਨਾਂ ਦੀਆਂ ਸਿੱਖੀ ਸੀ ਉਹਨਾਂ ਦੀ, ਜੇ ਆਪਾਂ ਉਹਦੇ ਅਨੁਕੂਲ ਚੱਲੀਏ ਤਾਂ ਮੈਨੂੰ ਲੱਗਦਾ ਬਹੁਤ ਕੁਝ ਬਦਲ ਗਿਆ ਆ। ਆਪਾਂ ਨੂੰ ਚਾਹੀਦਾ ਆ ਕਿ ਆਪਣੇ ਗੁਰੂ ਸਾਹਿਬ ਤੋਂ ਟੀਚਿੰਗਸ ਲੈ ਕੇ, ਜਿਵੇਂ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਆ ਕਿ ਆਪਾਂ ਨੂੰ ਇਨਵਾਇਰਨਮੈਂਟ ਬਾਰੇ ਵੀ ਦੇਖਣਾ ਚਾਹੀਦਾ ਆ, ਆਪਣੇ ਪੇਰੈਂਟਸ ਬਾਰੇ ਵੀ ਦੇਖਣਾ ਚਾਹੀਦਾ। ਮਹਾਰਾਜ ਨੇ ਤਾਂ ਈਵਨ ਇਨਵਾਇਰਨਮੈਂਟ ਨੂੰ ਵੀ ਮਾਂ ਪਿਓ ਦਾ ਹੀ ਰੂਪ ਦਿੱਤਾ ਆ। ਪਰ ਔਰ ਬਾਣੀ ਦੇ ਵਿੱਚ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਗੁਰਦੇਵ ਮਾਤਾ ਗੁਰਦੇਵ ਪਿਤਾ ਜੀ, ਕਿ ਮਾਂ ਪਿਓ ਕੋਈ ਬਾਹਰ ਜਿੰਨਾ ਮਰਜ਼ੀ ਪੁੰਨਦਾਨ ਕਰੇ, ਜੇ ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਮਾਂ ਪਿਓ ਭੁੱਖਾ ਵਾ ਤੇ ਪੁੰਨਦਾਨ ਕੀਤਾ ਵਿਅਰਥ। ਬਿਲਕੁਲ ਜੀ, ਵਿਅਰਥ ਜਾਂਦਾ। ਤੁਸੀਂ ਕੋਈ ਇਹੋ ਜਿਹੀ ਲਹਿਰ ਚਲਾ ਰਹੇ ਆ ਆਪਣੇ ਜਿਹੜੀ ਜਨਰੇਸ਼ਨ ਆਪਣੇ ਜਿਹੜੇ ਪੰਜਾਬੀਆਂ ਦੇ ਵਿੱਚ, ਉਹਨਾਂ ਨੂੰ ਅਵੇਅਰਨੈਸ ਲਿਆਉਣ ਦੀ ਖਾਤਰ ਕਿ ਮਾਂ ਪਿਓ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ? ਹਾਂਜੀ, ਇਹ ਜਿਵੇਂ ਕਹਿ ਲਓ ਜੀ ਆਪਣਾ ਥੋੜਾ ਜਿਹਾ ਪਰਸਨਲੀ ਆ ਜਾਂਦੀ ਆ। ਇਹਦੇ ਵਿੱਚ ਕੀ ਆ, ਆਪਾਂ ਸੈਮੀਨਾਰਸ ਲਾ ਸਕਦੇ ਆ, ਜਿਵੇਂ ਉਹ ਆਫੀਸ਼ੀਅਲੀ ਪਾਰਟੀ ਵੱਲੋਂ ਤਾਂ ਨਹੀਂ ਹੋਣਗੇ, ਪਰ ਜਿਵੇਂ ਆਪਾਂ ਆਪਣੇ ਤੌਰ ਤੇ, ਜਿਵੇਂ ਸਾਡੀ ਐਸੋਸੀਏਸ਼ਨ ਆ ਉਹ ਅਸੀਂ ਇੱਕ ਆਪ ਬਣਾਈ ਆ, ਉਹਦਾ ਗਵਰਨਮੈਂਟ ਨਾਲ ਲਾਈਕ ਕੋਈ ਹੈ ਨਹੀਂ, ਉਹ ਸਾਡੀ ਇੱਕ ਪਰਸਨਲ ਆ। ਬਟ ਉਵੇਂ ਜਿਵੇਂ ਆਪਾਂ ਇਹਦੇ ਸੈਮੀਨਾਰਸ ਲਾ ਸਕਦੇ ਆ, ਆਪਾਂ ਘਰ ਘਰ ਜਾ ਕੇ ਬੱਚਿਆਂ ਨੂੰ, ਅੱਜਦਿਆਂ ਨੂੰ ਗੁਰਦੁਆਰੇ ਸਾਹਿਬ ਦੇ ਵਿੱਚ ਦੱਸ ਸਕਦੇ ਆ ਕਿ ਆਪਾਂ ਨੂੰ ਕਿੰਨੀਆਂ ਜ਼ਿਆਦਾ ਆਪਾਂ ਸਤਿਕਾਰ ਦੇਣਾ ਚਾਹੁੰਦੇ ਆ ਆਪਣੇ ਪੇਰੈਂਟਸ ਨੂੰ, ਕਿਵੇਂ ਸਤਿਕਾਰ ਦਈਏ, ਐਂਡ ਆਪਾਂ ਆਪਣੇ ਪੇਰੈਂਟਸ ਨਾਲ ਕਿਵੇਂ ਰਹਿਣਾ। ਕਿਉਂਕਿ ਬੁਢਾਪੇ ਦੇ ਵਿੱਚ ਓਬਵੀਅਸਲੀ ਜੋ ਬੰਦੇ ਦਾ ਸੁਭਾਅ ਉਹ ਕਿਤੇ ਨਾ ਕਿਤੇ ਫਲੈਕਚੁਏਟ ਹੁੰਦਾ। ਆਪਾਂ ਥੋੜੇ ਜਿਹੇ ਬਜ਼ੁਰਗ ਛੇਤੀ ਖਿਜਣ ਲੱਗ ਜਾਂਦੇ ਆ, ਉਹ ਚੀਜ਼ਾਂ। ਪਰ ਆਪਾਂ ਨੂੰ ਜਦੋਂ ਆਪਾਂ ਬੱਚੇ ਹੁੰਦੇ ਆ ਉਦੋਂ ਸਾਡਾ ਵੀ ਸੁਭਾਅ ਕਿਵੇਂ ਦਾ ਹੁੰਦਾ ਆ, ਉਦੋਂ ਬਜ਼ੁਰਗ ਆਪਣੇ ਪੇਰੈਂਟਸ ਉਹ ਸਾਰਾ ਕੁਝ ਸਹਿੰਦੇ ਆ ਕਿ ਬੱਚਾ ਜਿਵੇਂ ਨਿਆਣੇ ਹੁੰਦੇ ਆ ਆਪਾਂ, ਉਹ ਐਂ ਤਾਂ ਨਹੀਂ ਵੀ ਆਪਾਂ ਨੂੰ ਹਰੇਕ ਗੱਲ ਤੇ ਝਿੜਕਦੇ ਆ। ਉਵੇਂ ਸਾਨੂੰ ਸੋਚਣਾ ਚਾਹੀਦਾ ਕਿ ਹੁਣ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਦਾ ਸੁਭਾਅ ਚੇਂਜ ਹੋ ਗਿਆ, ਹੁਣ ਸਾਨੂੰ ਇਹਨਾਂ ਪ੍ਰਤੀ ਕੰਮ ਕਰਨਾ ਚਾਹੀਦਾ। ਸਿਆਣੇ ਕਹਿੰਦੇ ਆ ਕਿ ਬਜ਼ੁਰਗ ਤੇ ਬੱਚਾ ਇੱਕ ਬਰਾਬਰ। ਬਿਲਕੁਲ ਜੀ, ਉਹੀ ਮੈਂ ਉਦਾਹਰਨ ਦੇ ਰਿਹਾ ਕਿ ਜਦੋਂ ਅਸੀਂ ਬੱਚੇ ਹੁੰਦੇ ਆ ਉਦੋਂ ਪੇਰੈਂਟਸ ਆ ਜਿਹੜੇ ਉਹ
ਕੁਝ ਚੇਂਜ ਹੁੰਦੇ ਆ, ਉਹ ਦੇਖਦੇ ਆ ਕਿ ਇਹ ਬੱਚਾ, ਜਦੋਂ ਆਪਾਂ ਵੱਡੇ ਹੋ ਜਾਂਦੇ ਆ, ਪੇਰੈਂਟਸ ਬਜ਼ੁਰਗ ਹੋ ਜਾਂਦੇ ਆ, ਉਦੋਂ ਸਾਨੂੰ ਥੋੜਾ ਜਿਹਾ ਚਾਹੀਦਾ ਉਹਨਾਂ ਪ੍ਰਤੀ ਕਿ ਹਾਂ ਹੁਣ ਆਪਾਂ ਨੂੰ ਐਡਜਸਟ ਕਰਨਾ ਚਾਹੀਦਾ ਆ। ਜੁਗਰਾਜ ਸਿੰਘ ਜੀ, ਜਿਸ ਤਰ੍ਹਾਂ ਕਿ ਇੱਥੇ ਦੇ ਜਿੱਦਾਂ ਮੋਟਰਸਾਈਕਲ ਦੇ ਜਦੋਂ ਚਲਾਉਣੇ ਆਪਾਂ ਨੂੰ ਹੈਲਮਟ ਪਾਉਣਾ ਪੈਂਦਾ, ਪਰ ਤੁਸੀਂ ਹੈਰਾਨ ਹੋ ਗਏ 1965 ਦੇ ਵਿੱਚ ਆਪਾਂ ਪੰਜਾਬੀਆਂ ਨੇ ਇਹ ਜਿਹੜੀ ਆ ਇਹ ਜੰਗ ਜਿੱਤੀ ਆ ਕਿ ਉੱਥੇ ਆਪਾਂ ਬਿਨਾਂ ਹੈਲਮਟ ਤੋਂ ਜਿਹੜਾ ਵਾ ਮੋਟਰਸਾਈਕਲ ਚਲਾ ਸਕਦੇ ਹਾਂ। ਤੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਕਿ ਇੱਥੇ ਟੋਰਾਂਟੋ ਦੇ ਵਿੱਚ ਅਜੇ ਵੀ ਇਹ ਤੁਸੀਂ ਸਟਰਗਲ ਕਰ ਰਹੇ ਜੇ? ਦੇਖੋ ਜੀ, 1999 ਦੇ ਵਿੱਚ ਵੈਨਕੂਵਰ ਦੇ ਵਿੱਚ ਲਾਅ ਪਾਸ ਕੀਤਾ, ਬਿੱਲ ਪਾਸ ਕੀਤਾ ਗਿਆ ਕਿ ਸਿੱਖਾਂ ਨੂੰ ਐਗਜ਼ੈਂਪਸ਼ਨ ਆ ਮੋਟਰਸਾਈਕਲ ਚਲਾਉਣ ਲੱਗੇ ਹੈਲਮਟ ਨਹੀਂ ਨਾ ਲੈਣ। ਉਸ ਤੋਂ ਬਾਅਦ ਮੈਨੀਟੋਬਾ ਇੱਥੇ ਇੱਕ ਸਟੇਟ ਆ ਜੀ, ਉਹਨਾਂ ਨੇ ਇਹ ਅਲਾਉਡ ਕੀਤਾ ਕਿ ਯੈਸ ਤੁਸੀਂ ਵਿਦਆਊਟ ਹੈਲਮਟ ਤੁਸੀਂ ਡਰਾਈਵ ਕਰ ਸਕਦੇ ਹੋ। 2018 ਦੇ ਵਿੱਚ ਹੁਣ ਅਲਬਰਟਾ ਦੇ ਵਿੱਚ ਸਾਡੀ ਗਵਰਨਮੈਂਟ ਆ ਜੀ NDP ਦੀ, ਉੱਥੇ ਸਿੱਖਾਂ ਦੀ ਜਿਹੜੀ ਆਬਾਦੀ ਆ ਅਲਬਰਟਾ ਦੇ ਵਿੱਚ ਉਹ ਬਰੈਂਪਟਨ ਸਾਡੇ ਓਨਟਾਰੀਓ ਨਾਲੋਂ ਮੈਂ ਅੱਧੀ ਤੋਂ ਵੀ ਅੱਧੀ ਕਹਿ ਸਕਦਾ ਵੀ ਕਾਫੀ ਘੱਟ ਆ ਸਾਡੇ ਮੁਕਾਬਲੇ। ਪਰ ਉੱਥੇ ਜਦੋਂ ਗਵਰਨਮੈਂਟ ਦੇ ਕੋਲ ਇਹ ਪ੍ਰਪੋਜ਼ਲ ਆਇਆ ਸਿੱਖਾਂ ਵੱਲੋਂ ਕਿ ਅਸੀਂ ਚਾਹੁੰਦੇ ਹਾਂ ਸਾਨੂੰ ਹੈਲਮਟ ਤੇ ਐਗਜ਼ੈਂਪਸ਼ਨ ਚਾਹੀਦੀ ਆ, ਗਵਰਨਮੈਂਟ ਨੇ ਰਾਈਟ ਵੇ ਅਪਰੂਵ ਕੀਤਾ ਕਿ ਗੋ ਫॉर ਤੁਸੀਂ ਜਾ ਸਕਦੇ ਹੋ, ਯੂ ਕੈਨ ਡਰਾਈਵ ਵਿਦਆਊਟ ਹੈਲਮਟ। ਮੈਂ ਹਾਂਜੀ ਸਿੰਘ ਜੀ, ਲਾਸਟ ਵੀਕ ਸਿੱਖ ਚੈਨਲ ਦੀ ਸਾਡੀ ਟੀਮ ਐਡਮਿੰਟਨ ਪਹੁੰਚੀ ਸੀਗੀ, ਉੱਥੇ ਨਗਰ ਕੀਰਤਨ ਕਵਰ ਕੀਤਾ ਉੱਥੇ। ਹਾਂਜੀ, ਔਰ ਉੱਥੇ ਮੋਟਰਸਾਈਕਲ ਆ ਜਿਹੜੇ ਆ ਉਹਨਾਂ ਵੀ ਸ਼ਿਰਕਤ ਕੀਤੀ ਹੈ ਕਿ ਪਹਿਲੀ ਵਾਰ ਉੱਥੇ, ਔਰ ਉਹਨਾਂ ਨੇ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਉੱਥੇ ਜਿਹੜਾ ਕੇਸ ਆ ਉਹ ਜਿੱਤ ਚੁੱਕੇ ਆ। ਬੜੀ ਲੋਕਾਂ ਦੇ ਵਿੱਚ ਖੁਸ਼ੀ ਆ ਐਡਮਿੰਟਨ ਦੇ ਵਿੱਚ, ਤੇ ਅਸੀਂ ਆਸ ਕਰਦੇ ਹਾਂ ਇੱਥੇ ਵੀ ਛੇਤੀ ਛੇਤੀ ਜਿੱਤਣਗੇ। ਤੇ ਹੋਰ ਇਹਦੇ ਬਾਰੇ ਕੀ ਪ੍ਰੋਬਲਮਾਂ ਆ ਰਹੀਆਂ? ਇਹ ਜੀ ਆਪਾਂ ਕਰ ਰਹੇ ਹਾਂ ਬਹੁਤ ਛੇਤੀ, ਜਦੋਂ ਸਾਡੀ ਗਵਰਨਮੈਂਟ ਆਊਗੀ ਅਸੀਂ ਇਹ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ। ਅਸੀਂ ਸਾਡੇ ਲੀਡਰ ਐਂਡਰੀਆ ਹਾਰਵਰਟ, ਉਹਨਾਂ ਨੇ ਆਲਰੇਡੀ ਕਿਹਾ ਹੋਇਆ, ਐਂਡਰੀਆ ਨੇ ਪ੍ਰੋਮਿਸ ਕੀਤਾ ਆ ਕਿ ਜਦੋਂ ਅਸੀਂ NDP ਰੂਲਿੰਗ ਬਣਦੀ ਆ, ਸਾਡੀ ਪਾਵਰ ਬਣਦੀ ਆ, ਤੇ ਆਪਾਂ ਰਾਈਟ ਵੇ ਇਹ ਐਗਜ਼ੈਂਪਸ਼ਨ ਦੇਵਾਂਗੇ ਸਿੱਖਾਂ ਨੂੰ, ਕਿਉਂਕਿ ਅਲਬਰਟਾ ਦੇ ਵਿੱਚ ਵੀ ਆਪਾਂ ਹੀ NDP ਨੇ ਹੀ ਕੀਤਾ ਹੈ ਜੀ। ਹੋਰ ਭਾਈ ਸਾਹਿਬ, ਜਿਸ ਤਰ੍ਹਾਂ ਤੁਹਾਡੀ ਪਾਰਟੀ ਆਉਣੀ ਆ, ਤੁਹਾਡੀਆਂ ਕੀ ਸੋਚਾਂ ਵਾ, ਤੁਸੀਂ ਕੀ ਚੇਂਜ ਕਰਨਾ ਚਾਹੁੰਦੇ ਆ? ਸਭ ਤੋਂ ਵੱਡੀ ਚੇਂਜ ਜੋ ਲਿਆ ਰਹੇ ਆ ਜੀ, ਸਾਨੂੰ ਬੈਡ ਤੇ ਵਰਸ, ਮਾੜਾ ਤੇ ਉਦੋਂ ਮਾੜਾ, ਇਹ ਦੋ ਚੀਜ਼ਾਂ ਨੂੰ ਛੱਡ ਕੇ ਇੱਕ ਚੰਗੇ ਵਾਲੇ ਪਾਸੇ ਹੋਣਾ ਚਾਹੀਦਾ। ਜੇ ਬਦਲਾਵ ਆਪਾਂ ਚਾਹੁੰਦੇ ਆ, ਬਦਲਾਵ ਹਮੇਸ਼ਾ ਦਰੁਸਤ ਹੋਵੇ। ਜੇ ਆਪਾਂ ਸੁਸਤ ਬਦਲਾਵ ਲੈਂਦੇ ਆ, ਕੋਈ ਚੀਜ਼ ਆਲਰੇਡੀ ਖਰਾਬ ਆ, ਆਪਾਂ ਨੂੰ ਹੋਰ ਖਰਾਬ ਕਰ ਰਹੇ ਆ, ਉਹ ਉਹਦਾ ਇਲਾਜ ਨਹੀਂ ਹੈ। ਖਰਾਬ ਹੋਈ ਚੀਜ਼ ਨੂੰ ਆਪਾਂ ਵਧੀਆ ਕਰ ਰਹੇ ਆ, ਉਹਦਾ ਇਲਾਜ ਕਰ ਰਹੇ ਆ, ਉਹ ਇੱਕ ਵਧੀਆ ਬਦਲਾਵ ਹੋ ਸਕਦਾ। ਸੋ NDP ਦੇ ਸਾਰੇ ਪਲੇਟਫਾਰਮ ਕਲੀਅਰ ਨੇ ਜੀ। ਆਟੋ ਇੰਸ਼ੋਰੈਂਸ ਤੇ ਬਹੁਤ ਵੱਡਾ ਅਸੀਂ ਕੰਮ ਕਰਨ ਜਾ ਰਹੇ ਹਾਂ। ਇੱਥੇ ਕੀ ਹੁੰਦਾ, ਮੈਂ ਮਾੜਾ ਜਿਹਾ ਐਡ ਕਰਦਾ ਕਿ ਜਿਹੜੀ ਆਟੋ ਇੰਸ਼ੋਰੈਂਸ ਆ, ਤੁਹਾਡੀ ਗੱਡੀ ਦੀ ਇੰਸ਼ੋਰੈਂਸ ਆ, ਉਹ ਤੁਹਾਡੇ ਘਰ ਦੇ ਐਡਰੈਸ ਤੇ ਹੁੰਦੀ ਆ। ਬਿਲਕੁਲ। ਫੋਰ ਐਗਜ਼ਾਮਪਲ, ਤੁਸੀਂ ਕਿਤੇ ਨਵਾਂ ਘਰ ਲਿਆ, ਉਸ ਸਟਰੀਟ ਦੇ ਉੱਪਰ 10 ਐਕਸੀਡੈਂਟ ਹੋਏ ਆ, ਉਹਦਾ ਜਿਹੜਾ ਹਰਜਾਨਾ ਆ ਉਹ ਤੁਹਾਨੂੰ ਭੁਗਤਣਾ ਪੈ ਸਕਦਾ। ਬਿਲਕੁਲ। ਭਾਵੇਂ ਕਿ ਤੁਸੀਂ ਪਿਛਲੇ 10 ਸਾਲਾਂ 'ਚ ਕੋਈ ਐਕਸੀਡੈਂਟ ਨਹੀਂ ਕੀਤਾ, ਪਰ ਤੁਹਾਨੂੰ ਫਿਰ ਵੀ ਕਿਤੇ ਨਾ ਕਿਤੇ ਉਹਦਾ ਹਰਜਾਨਾ ਭੁਗਤਣਾ ਪੈ ਸਕਦਾ। NDP ਦੀ ਪਾਲਿਸੀ ਕੀ ਆ ਕਿ ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹ ਤੁਹਾਡੇ ਘਰ ਦੇ ਐਡਰੈਸ ਤੇ ਖਤਮ ਕਰਾਂਗੇ ਅਸੀਂ। ਐਡਰੈਸ ਤੁਹਾਡਾ ਹੋਊਗਾ ਘਰ ਦਾ, ਪਰ ਤੁਹਾਡੀ ਇੰਸ਼ੋਰੈਂਸ, ਤੁਹਾਡੀ ਪਾਲਿਸੀ ਤੁਹਾਡੇ ਰੈਕਟ ਤੇ ਹੋਊਗੀ। ਤੁਸੀਂ ਕਿਵੇਂ ਦੇ ਹੋ? ਇਹ ਨਹੀਂ ਹੋਊਗਾ ਵੀ ਸਟਰੀਟ ਦੇ ਵਿੱਚ ਜਿੰਨੇ ਮਰਜ਼ੀ ਐਕਸੀਡੈਂਟ ਹੈ ਉਹਦਾ ਬੋਝ ਤੁਹਾਡੇ ਤੇ ਪਵੇ। ਬਿਲਕੁਲ ਨਹੀਂ ਜੀ, ਜੋ ਤੁਸੀਂ ਕਰੋਗੇ ਉਹ ਤੁਸੀਂ ਭਰੋਗੇ। ਬਿਲਕੁਲ ਜੀ, ਜੋ ਕਿਸੇ ਬੰਦੇ ਦਾ ਐਕਸੀਡੈਂਟ ਹੋਇਆ ਉਹਦੀ ਇੰਸ਼ੋਰੈਂਸ ਓਬਵੀਅਸਲੀ ਆਪਾਂ ਹੋ, ਜੇ ਕਿਸੇ ਦਾ ਨਹੀਂ ਹੋਇਆ ਉਹਦੀ ਨਹੀਂ ਹੋਊਗੀ। ਆਏ ਨਹੀਂ ਕਿ ਗਵਾਂਢੀ ਨੇ ਕੀਤਾ ਤੇ ਹਰਜਾਨਾ ਤੁਸੀਂ ਭਰੋ। ਸੈਕੰਡ ਕੀ ਆ ਜੀ, ਹੈਲਥ ਕੇਅਰ, ਜੋ ਸਾਡਾ ਸਭ ਤੋਂ ਟੌਪ ਆਫ ਦਾ ਲਾਈਨ ਆ। ਹੈਲਥ ਕੇਅਰ ਦੇ ਵਿੱਚ ਆਪਾਂ ਨਵਾਂ ਹਸਪੀਟਲ ਲਿਆ ਰਹੇ ਹਾਂ ਬਰੈਂਪਟਨ ਦੇ ਵਿੱਚ, ਪਲੱਸ ਡੈਂਟਲ ਤੇ ਫਾਰਮਾ ਹੈਲਥ ਕੇਅਰ ਆ, ਉਹ ਅਸੀਂ ਕਵਰ ਕਰ ਰਹੇ ਹਾਂ। ਤੁਹਾਡੇ ਹੈਲਥ ਕਾਰਡ ਦੇ ਵਿੱਚ ਹੋਗੀ, ਤੁਹਾਨੂੰ ਉਹਦੇ ਲਈ ਐਕਸਟਰਾ ਪੈਸੇ, ਕਿਉਂਕਿ ਮੈਂ ਜਾਣਦਾ ਕਈ ਪਰਿਵਾਰਾਂ ਨੂੰ ਉਹ ਇੰਡੀਆ ਜਾਂਦੇ ਆ ਡੈਂਟਲ ਹੈਲਥ ਕੇਅਰ ਲਈ, ਉਹਨਾਂ ਨੂੰ ਇੰਡੀਆ ਜਾਣਾ ਪੈਂਦਾ ਆ ਕਿਉਂਕਿ ਇੱਥੇ ਪੈਸੇ ਬਹੁਤ ਲੱਗਦੇ ਆ। ਇਹ ਐਵਰੀਵੇਅਰ ਆ, ਸਾਰੇ ਡਰਦੇ ਆ ਕਿ ਇਹਨਾਂ ਕੰਟਰੀਆਂ 'ਚ ਪੈਸੇ ਬਹੁਤ ਲੱਗਦੇ ਆ, ਚਲੋ ਇੰਡੀਆ ਗਏ ਨਾਲੇ ਰਿਸ਼ਤੇਦਾਰਾਂ ਨੂੰ ਬੜਾ ਸੱਜਣਾ ਪੈਣਾ ਤੇ ਨਾਲੇ ਉੱਥੇ ਦੰਦ ਦਾੜ ਜਿਹੜੇ ਉਹ ਲਵਾਓ। ਬਿਲਕੁਲ ਜੀ, ਬਜ਼ੁਰਗ ਮੋਸਟਲੀ ਇੰਡੀਆ ਤੋਂ ਲਵਾਉਂਦੇ ਆ। ਜੇ ਐਨਕਾਂ ਵੀ ਕਿਸੇ ਨੇ ਲਵਾਉਣੀਆਂ ਨੇ, ਗਲਾਸਿਸ ਲਵਾਉਣੀਆਂ, ਉਹ ਵੀ ਇਹ ਸੋਚਦੇ ਆ ਕਿ ਆਪਾਂ ਇੰਡੀਆ ਜਾਣਾ ਹੀ ਅਗਲੇ ਸਾਲ, ਆਪਾਂ ਉੱਥੋਂ ਬਣਵਾ ਲਿਆਵਾਂਗੇ। ਸੋ ਅਸੀਂ ਉਹ ਐਸੈਸਿਬਲ ਕਰ ਰਹੇ ਹਾਂ, ਲੋਕਾਂ ਦੀ ਪਹੁੰਚ ਤੱਕ ਕਰ ਰਹੇ ਹਾਂ ਕਿ ਜਿਹੜੇ ਲੋਕ ਨੇ ਸਾਡੇ ਕਾਮਨ ਬੰਦੇ ਨੇ, ਉਹ ਇਹ ਜੋ ਕਹਿ ਲਓ ਵੀ ਸਹੂਲਤਾਂ ਨੇ ਉਹਨਾਂ ਦਾ ਲਾਹਾ ਲੈ ਸਕਣ। ਵਧੀਆ ਇਹ ਚੀਜ਼ ਹੈ। ਪਰ ਹੋਰ ਜਿਸ ਤਰ੍ਹਾਂ ਤੁਸੀਂ ਕੋਈ ਗੱਲ ਜਿਹੜੀ ਮੇਰੇ ਕੋਲ ਪੁੱਛੀ ਨਾ ਗਈ ਉਹ ਤੁਸੀਂ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਜੀ, ਰਾਈਟ ਨਾਓ ਜਿਹੜੀ ਸਾਡੀ ਪਾਰਟੀ ਆ,
ਇਹਦੇ ਤੇ, ਕਿਉਂਕਿ ਪਹਿਲਾਂ ਪਿਛਲੇ 15-20 ਸਾਲਾਂ 'ਚ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਆ ਦੂਜੀਆਂ ਪਾਰਟੀਆਂ ਨੇ। ਉਹ ਵਾਅਦੇ ਇੰਨੇ ਝੂਠੇ, ਇੰਨੇ ਲਾਈਕ ਹਮੇਸ਼ਾ ਵੋਟਾਂ ਦੇ ਕੋਲ ਆ ਕੇ ਉਹ ਵਾਅਦਾ ਕਰਦੇ ਆ। ਬਟ ਜੋ ਸਾਡਾ ਪਲੇਟਫਾਰਮ ਆ, ਮੈਂ ਸੰਗਤ ਨੂੰ ਇਹ ਕਹਿਣਾ ਚਾਹੁੰਦਾ, ਇਹ ਅੱਜ ਜਾਂ ਕੱਲ ਜਾਂ 2 ਹਫ਼ਤੇ ਜਾਂ 6 ਮਹੀਨੇ ਪਹਿਲਾਂ ਨਹੀਂ ਬਣਿਆ। ਇਹ ਅਸੀਂ ਫਰੋਮ ਦਾ ਡੇ 1 ਤੋਂ ਇਹ ਰਾਈਟਸ ਵਾਸਤੇ ਲੜਦੇ ਆ ਰਹੇ ਹਾਂ। ਆਮ ਲੋਕਾਂ ਦੇ ਹੱਕਾਂ ਵਾਸਤੇ ਅਸੀਂ ਲੜਦੇ ਆ ਰਹੇ ਹਾਂ। ਜਿਹੜੇ ਆਮ ਲੋਕ ਨੇ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਆ, ਤੇ ਇਹ ਇੱਕੋ ਪਾਰਟੀ ਆ NDP। ਇਹ ਅਸੀਂ ਬਣਦੇ ਹੱਕ ਲੋਕਾਂ ਤੱਕ ਉਹਨਾਂ ਨੂੰ ਡਿਲੀਵਰ ਕਰਾਵਾਂਗੇ। ਕਹਿਣ ਦਾ ਮਤਲਬ ਵੀ ਸਾਡਾ ਹੱਕ ਤੇ ਇੱਥੇ ਰੱਖ, ਸਾਡਾ ਹੱਕ ਇੱਥੇ ਰੱਖ। ਬਿਲਕੁਲ। ਸੋ ਤੁਸੀਂ ਇੱਕ ਨੌਜਵਾਨ ਜੇ, ਬੜੀ ਖੁਸ਼ੀ ਦੀ ਗੱਲ ਹੈ ਦਰਸ਼ਕ ਤੁਹਾਨੂੰ ਵੇਖ ਰਿਹਾ ਕਿ NDP ਦੇ ਵਿੱਚ ਤੁਸੀਂ ਇਹ ਜਿਹੜੀਆਂ ਆਪਣੀਆਂ ਸੇਵਾਵਾਂ ਨਿਭਾ ਰਹੇ ਜੇ, ਔਰ ਤੁਹਾਨੂੰ ਸ਼ੌਂਕ ਆ। ਨੌਜਵਾਨ ਤੁਹਾਨੂੰ ਇਸ ਵਕਤ ਸਿੱਖ ਚੈਨਲ ਦੀ ਆਖਣਾ ਪੂਰੇ ਵਰਲਡ 'ਚ ਦੇਖ ਰਿਹਾ ਆ ਜੀ। ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਨੌਜਵਾਨਾਂ ਨੂੰ ਇਹ ਮੈਸੇਜ ਆ ਜੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਜੋ ਮੇਰੇ ਕਾਫੀ ਦਿਲ ਦੇ ਨੇੜੇ ਆ। ਮੈਂ ਇੱਥੇ ਪੋਲੀਟੀਕਲ ਗੱਲ ਵੀ ਕਰੂੰਗਾ, ਪਰ ਪਹਿਲਾਂ ਕਿ ਜਿਹੜੇ ਆਪਣੇ ਬਜ਼ੁਰਗ ਨੇ, ਆਪਣੇ ਪੇਰੈਂਟਸ ਨੇ, ਉਹਨਾਂ ਦਾ ਸਾਡੇ ਤੇ ਬਹੁਤ ਵੱਡਾ ਉਪਕਾਰ ਆ। ਆਪਾਂ ਉਹਨਾਂ ਦੀ ਦੇਣ ਕਦੇ ਨਹੀਂ ਭੁੱਲ ਸਕਦੇ। ਉਹਨਾਂ ਕਰਕੇ ਆਪਾਂ ਜੱਗ ਦੇਖਿਆ ਆ। ਮੈਂ ਮੰਨਦਾ ਕਿ ਆਪਣਾ ਜੋ ਸੋਚ ਆ, ਜੋ ਜਿਹਨੂੰ ਆਪਾਂ ਕਹਿੰਦੇ ਆ ਕਿ ਏਜ ਗੈਪ ਕਹਿੰਦੇ ਆ, ਕਿ ਉਮਰ ਦਾ ਜੋ ਉਮਰ ਆ ਉਹ ਉਹਨਾਂ ਦੀ ਸਾਡੇ ਨਾਲ ਜ਼ਿਆਦਾ, ਆਪਾਂ ਨਵੇਂ ਜ਼ਮਾਨੇ ਦੇ ਆ। ਆਪਾਂ ਕਿਤੇ ਨਾ ਕਿਤੇ ਕਹਿ ਦਿੰਦੇ ਜੀ ਸਾਡੇ ਬਜ਼ੁਰਗੇ ਪੁਰਾਣੇ ਜ਼ਮਾਨੇ ਦੇ ਆ। ਇਦਾਂ ਕਹਿੰਦੇ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਚਿੱਠੀਆਂ ਆਉਂਦੀਆਂ ਜਾਂਦੀਆਂ, ਬੜੀ ਖੁਸ਼ੀ ਹੁੰਦੀ ਹੈ। ਹੁਣ ਤੇ ਚਿੱਠੀਆਂ ਹੀ ਕਿਧਰੇ ਉੱਡ ਗਈਆਂ, ਆਨਲਾਈਨ ਸਾਰੇ ਕੰਮ ਹੋਣ ਡੈ ਪਏ, ਸਾਰਾ ਟੈਕਨੋਲੋਜੀ ਬਹੁਤ ਜ਼ਿਆਦਾ ਵੱਧ ਗਈ ਆ। ਸੋ ਉਹਨਾਂ ਦਾ ਤੇ ਬਹੁਤ ਜ਼ਿਆਦਾ ਆਪਣਾ ਜਿਹੜਾ ਵਾ ਅੰਤਰ ਪੈ ਗਿਆ ਬਜ਼ੁਰਗਾਂ ਦਾ, ਉਹ ਜ਼ਮਾਨੇ ਦਾ ਤੇ ਇਹ ਜ਼ਮਾਨੇ ਦਾ ਬਹੁਤ ਅੰਤਰ ਪੈ ਗਿਆ। ਸੋ ਜਿਹੜਾ ਏਜ ਗੈਪ ਆ, ਜੋ ਜਨਰੇਸ਼ਨ ਗੈਪ ਆ ਜਿਹੜਾ, ਉਹ ਕਿਤੇ ਨਾ ਕਿਤੇ ਹੁੰਦਾ। ਆਪਾਂ ਇਹ ਨਹੀਂ ਕਹਿੰਦੇ ਕਿ ਨਹੀਂ ਹੈਗਾ, ਬਟ ਫਿਰ ਵੀ ਆਪਾਂ ਨਵੀਂ ਜਨਰੇਸ਼ਨ ਤਾਂ ਬਣੇ ਆ ਕਿਉਂਕਿ ਆਪਣੇ ਪੇਰੈਂਟਸ ਨੇ ਸਾਨੂੰ ਜਨਮ ਦਿੱਤਾ, ਸਾਨੂੰ ਜੱਗ ਦਿਖਾਇਆ। ਕਿਤੇ ਨਾ ਕਿਤੇ ਸਾਡੀ ਕੌਮ ਦੇ ਵਿੱਚ ਗਿਰਾਵਟ ਆ ਰਹੀ ਆ ਕਿ ਆਪਾਂ ਆਪਣੇ ਪੇਰੈਂਟਸ ਨੂੰ ਬਹੁਤ ਪਿੱਛੇ ਸੁੱਟਤਾ, ਆਪਾਂ ਰਿਸਪੈਕਟ ਨਹੀਂ ਕਰਦੇ, ਉਹਨਾਂ ਦੀ ਟੇਕ ਕੇਅਰ ਨਹੀਂ ਕਰਦੇ। ਸੋ ਇਹ ਮੇਰਾ ਪਰਸਨਲੀ ਮੈਸੇਜ ਆ। ਬਾਕੀ ਜੇ ਆਪਾਂ ਪੋਲੀਟੀਕਲ ਗੱਲ ਕਰੀਏ, ਇੱਥੇ ਦੇਖੋ ਪਿਛਲੇ 15 ਸਾਲਾਂ ਚੋਂ ਅੰਟਾਰੀਓ ਦੇ ਵਿੱਚ ਇੱਕੋ ਗਵਰਨਮੈਂਟ ਆ, ਬਾਰ-ਬਾਰ ਝੂਠੇ ਵਾਅਦੇ ਕਰ ਕਰਕੇ ਉਹਨਾਂ ਨੇ ਆਪਣੇ ਕੋਈ ਇੱਕ ਵਾਅਦਾ ਪੂਰਾ ਨਹੀਂ ਕੀਤਾ। ਸਾਡੀ ਬਿਜਲੀ ਵੇਚਤੀ ਆ। ਦੂਜੀ ਪਾਰਟੀ ਹੈ ਜਿਹੜੀ, ਉਹ ਕਹਿੰਦੇ ਅਸੀਂ ਤੁਹਾਡਾ ਪ੍ਰਾਈਵੇਟਾਈਜ਼, ਤੁਹਾਡੀ ਹੈਲਥ ਵੀ ਪ੍ਰਾਈਵੇਟਾਈਜ਼, ਹੈਲਥ ਕੇਅਰ ਪ੍ਰਾਈਵੇਟਾਈਜ਼ ਕਰ ਦੇਣੀ ਆ, ਤੁਹਾਡੇ ਹਸਪੀਟਲ ਵੀ ਪ੍ਰਾਈਵੇਟਾਈਜ਼ ਕਰ ਦੇਣੇ ਆ। ਸੋ ਜੇ ਇੱਕੋ ਪਾਰਟੀ ਇਹ ਸਾਰੀਆਂ ਚੀਜ਼ਾਂ ਨੂੰ ਬਚਾ ਸਕਦੀ ਆ, ਬੈਡ ਤੇ ਵਰਸ ਦੇ ਵਿੱਚੋਂ ਜੇ ਆਪਾਂ ਬੈਟਰ ਕਰ ਸਕਦੇ ਆ, ਦੈਟਸ NDP, ਚੇਂਜ ਫॉर ਬੈਟਰ। ਸੋ ਪਿਆਰੇ ਦਰਸ਼ਕੋ, ਇਹ ਸਨ ਜਗਰੂਪ ਸਿੰਘ, ਨੌਜਵਾਨ ਜਿਹੜੇ ਅੰਟਾਰੀਓ ਦੇ ਵਿੱਚ ਔਰ NDP ਦੇ ਵਿੱਚ ਇਹ ਆਪਣੀਆਂ ਸੇਵਾਵਾਂ ਨਿਭਾ ਰਹੇ ਆ। ਉੱਥੇ ਇਹ ਇਲੈਕਸ਼ਨ ਲੜ ਰਹੇ ਆ, ਤੇ ਆਸ ਕਰਦੇ ਆ ਜਿਹੜਾ ਵੀ ਬੰਦਾ ਜਿਹੜੀ ਮਿਹਨਤ ਕਰਦਾ ਵਾ, ਰੱਬ ਉਹਨੂੰ ਫਲ ਲਾਉਂਦਾ ਵਾ। ਚੰਗੇ ਕਰਮ ਕੋਈ ਵੀ ਕਰੂਗਾ। ਕੋਈ ਇਹ ਨਹੀਂ ਵੇਖਦਾ ਕਿ ਪਿੰਡ ਦਾ ਸਰਪੰਚ ਕਿੰਨੀ ਵਾਰੀ ਬਣਿਆ ਜਗਰੂਪ ਸਿੰਘ, ਕੋਈ ਇਹ ਨਹੀਂ ਵੇਖਦਾ ਇਲਾਕੇ ਦਾ MLA ਕਿੰਨੀ ਵਾਰੀ ਬਣਿਆ, ਕੋਈ ਇਹ ਨਹੀਂ ਵੇਖਦਾ ਕਿ ਪ੍ਰਾਈਮ ਮਿਨਿਸਟਰ ਕਿੰਨੀ ਵਾਰੀ ਬਣਿਆ, ਰਾਸ਼ਟਰਪਤੀ। ਤਾਂ ਇਹ ਵੇਖਦੀਆਂ, ਦਰਸ਼ਕ ਇਹ ਵੇਖਦੇ ਆ ਕਿ ਇਸ ਬੰਦੇ ਨੇ ਕੀਤਾ ਕੀ, ਅੱਛਾ ਪਿੰਡ ਦਾ ਸਰਪੰਚ ਹੋਵੇ। ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਤੁਹਾਡੀ ਬੱਲੇ ਬੱਲੇ ਆ। ਅਸੀਂ ਅਰਦਾਸ ਵੀ ਕਰਦੇ ਆ ਕਿ ਆਸ ਵੀ ਕਰਦੇ ਆ ਕਿ ਮਾਲਕ ਤੁਹਾਨੂੰ ਕਾਮਯਾਬੀ ਬਖਸ਼ੇ, ਤੇ ਇੱਥੇ ਹੀ ਜਿਹੜੀ ਆ ਫਤਿਹ ਬੁਲਾਉਂਦੇ ਆ। ਮੈਂ ਜਗਤਾਰ ਸਿੰਘ ਨਿੱਜਰ, ਕੈਮਰਾਮੈਨ ਜਸਪਾਲ ਸਿੰਘ ਟੋਰਾਂਟੋ ਦੇ ਨਾਲ, ਕੈਨੇਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।